ਸਾਡੇ ਵੱਲੋਂ ਆਲਵੇਜ਼ ਇਹ ਐਡਵਾਈਸ ਹੁੰਦੀ ਹੈ ਜਦੋਂ ਕਲਾਇੰਟ ਸਾਨੂੰ ਪਹਿਲੀ ਮੀਟਿੰਗ 'ਚ ਮਿਲਣ ਆਉਂਦਾ, ਅਸੀਂ ਉਹਨੂੰ ਕੈਲਕੂਲੇਟ ਕਰਕੇ ਦੱਸਦੇ ਹਾਂ ਵੀਰ ਜੀ ਤੁਸੀਂ ਇੱਥੇ ਕੁ ਤੱਕ ਹੀ ਅਫੋਰਡ ਕਰਦੇ ਹੋ, ਇਸ ਤੋਂ ਵੱਡਾ ਘਰ ਤੁਸੀਂ ਨਾ ਜਾਓ ਤਾਂ ਵਧੀਆ। ਅੱਜ 2.45 ਆ, ਕੱਲ ਨੂੰ 3.45 ਹੋ ਗਿਆ ਜਾਂ 5% ਤੱਕ ਚਲਿਆ ਗਿਆ ਵੀ ਬੰਦਾ ਪੇਮੈਂਟ ਦੇ ਸਕੇ, ਵੀ ਇਹ ਨਾ ਹੋਵੇ ਵੀ ਕੱਲ ਨੂੰ 2.45 ਤੋਂ 3 ਹੋ ਗਿਆ ਤੇ ਬੰਦੇ ਕੋ ਵੀ ਪੇਮੈਂਟ ਅਫੋਰਡ ਨਹੀਂ ਕਰ ਸਕਦਾ ਹੈਗਾ। ਸੋ ਚਾਹੇ ਅਪਾਰਟਮੈਂਟ ਲੈ ਲਓ ਜੋ ਤੁਸੀਂ ਅਫੋਰਡ ਕਰਦੇ ਹੋ, ਚਾਹੇ ਟਾਊਨ ਹਾਊਸ ਲੈ ਲਓ, ਚਾਹੇ ਘਰ ਲੈ ਲਓ, ਉਹ ਤੁਹਾਡੀ ਕਿਸੇ ਵੀ ਹੋਰ ਦੀ ਪੇਮੈਂਟ ਦੇਣ ਨਾਲੋਂ ਬੇਸਮੈਂਟ 'ਚ ਬੈਠਣ ਨਾਲੋਂ ਤੁਸੀਂ 100 ਗੁਣਾ ਵਧੀਆ ਤੁਸੀਂ ਆਪਣੇ ਘਰ 'ਚ ਬਹਿ ਜਾਓਗੇ। ਵੀ ਮੌਰਗੇਜ ਦੀ ਪੇਮੈਂਟ ਤਾਂ ਡੈਫਰ ਹੋ ਜੂਗੀ, ਤੁਹਾਨੂੰ 6 ਮਹੀਨੇ ਪੇਮੈਂਟ ਦੇਣ ਦੀ ਲੋੜ ਨਹੀਂ ਹੈਗੀ, ਬਟ ਤੁਹਾਡਾ ਇੰਟਰਸਟ ਐਡ ਹੋਈ ਜਾਂਦਾ ਮੌਰਗੇਜ ਦੇ ਵਿੱਚ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਸਾਡੀ ਖਾਸ ਮੁਲਾਕਾਤ ਵਿੱਚ। ਤੇ ਤੁਸੀਂ ਸਾਰੇ ਹਮੇਸ਼ਾ ਇੰਤਜ਼ਾਰ ਕਰਦੇ ਰਹਿੰਦੇ ਹੋ ਖਾਸ ਮੁਲਾਕਾਤ ਦਾ, ਕਿਉਂਕਿ ਇਹਦੇ ਵਿੱਚ ਅਸੀਂ ਜਿਹੜੀਆਂ ਸ਼ਖਸੀਅਤਾਂ ਲੈ ਕੇ ਆਉਂਦੇ ਉਹ ਖਾਸ ਹੀ ਹੁੰਦੀਆਂ ਤੇ ਬਹੁਤ ਜਾਣਕਾਰੀ ਇਸ ਸ਼ੋਅ ਦੇ ਰਾਹੀਂ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਆ। ਇਹ ਸਾਡਾ ਬੀਇੰਗ ਇਨ ਮੀਡੀਆ ਫਰਜ਼ ਵੀ ਬਣਦਾ ਆ ਕਿ ਅਸੀਂ ਉਹਨਾਂ ਲੋਕਾਂ ਨੂੰ ਲਿਆ ਕੇ ਤੁਹਾਡੇ ਨਾਲ ਗੱਲਬਾਤ ਕਰੀਏ ਜਿਨ੍ਹਾਂ ਕੋਲੋਂ ਤੁਸੀਂ ਕੁਝ ਸਿੱਖ ਸਕਦੇ ਆ ਜਾਂ ਸਾਡੇ ਸਵਾਲਾਂ ਦੇ ਜਵਾਬ ਮਿਲ ਸਕਦੇ ਆ। ਸੋ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਤਾਂ ਹੋ ਬਾਖੂਬ, ਪਰ ਫਿਰ ਵੀ ਇੱਕ ਟੈਗਲਾਈਨ ਜਿਹੜੀ ਬਣੀ ਆ, ਜੇ ਬੈਂਕ ਵੱਲੋਂ ਹੋ ਜਾਏ ਨਾ ਤੇ ਕਾਲ ਕਰੋ ਸੰਧੂ ਜਾਂ ਸਰਾਂ। ਸੋ ਇਹ ਜਿਹੜੀ ਟੈਗਲਾਈਨ ਬਣੀ ਆ, ਜਦੋਂ ਵੀ ਕਿਤੇ ਅਸੀਂ ਸੁਣਦੇ ਆ ਇਸ ਐਡ ਨੂੰ, ਔਰ ਈਵਨ ਸਾਡੇ ਆਪਣੇ ਵੀ ਅਸੀਂ ਜੇ ਗੱਲ ਕਰੀਏ ਤੇ ਕਿਤੇ ਵੀ ਬੋਰਡ ਦੇਖਦੇ ਆ ਤੇ ਇਹ ਟੈਗਲਾਈਨ ਆਟੋਮੈਟਿਕਲੀ ਤੁਹਾਡੇ ਜ਼ੁਬਾਨ ਦੇ ਉੱਤੇ ਆ ਜਾਂਦੀ ਆ। ਸੋ ਬੜੇ ਹੀ ਵੈਲ ਨੋਨ ਪਰਸਨੈਲਿਟੀਜ਼ ਨੇ ਔਰ ਬੜੇ ਲੰਬੇ ਸਮੇਂ ਤੋਂ ਜਿਹੜਾ ਇਹ ਆਪਣੀਆਂ ਸੇਵਾਵਾਂ ਦਿੰਦੇ ਨੇ, ਔਰ ਮਾਰਗੇਜ ਬ੍ਰੋਕਰ ਨੇ ਨੰਬਰ 1 ਕਹਿੰਦੇ ਆ ਇਹਨਾਂ ਨੂੰ, ਵਾਕਿਆ ਹੀ ਕਹਿੰਦੇ ਆ, ਕਿਉਂਕਿ ਕੰਮ ਹੀ ਇਨਸਾਨ ਨੂੰ ਖਾਸ ਬਣਾਉਂਦੇ ਆ। ਇਨਸਾਨ ਤੇ ਆਮ ਹੀ ਹੁੰਦੇ ਆ, ਪਰ ਜਦ ਇਨਸਾਨ ਇੱਕ ਭਰੋਸਾ ਕਮਿਊਨਿਟੀ ਦੇ ਵਿੱਚ ਬਣਾ ਲੈਂਦਾ ਆ, ਲੋਕਾਂ ਦੇ ਗੱਲਾਂ ਦੇ ਸਹੀ ਜਵਾਬ ਦਿੰਦਾ ਆ ਤੇ ਲੋਕਾਂ ਨੂੰ ਸਹੀ ਗਾਈਡ ਕਰਦਾ ਤੇ ਲੋਕਾਂ ਦੇ ਉਹ ਪਸੰਦੀਦਾ ਲੋਕ ਬਣ ਜਾਂਦੇ ਨੇ। ਸੋ ਇਸੇ ਤਰ੍ਹਾਂ ਦੀਆਂ ਦੋ ਸ਼ਖਸੀਅਤਾਂ ਅੱਜ ਸਾਡੇ ਸਟੂਡੀਓ 'ਚ ਪਹੁੰਚੀਆਂ ਨੇ। ਜੇ ਬੈਂਕ ਵੱਲੋਂ ਹੋ ਗਈ ਨਾ, ਕਾਲ ਕਰੋ ਸੰਧੂ ਤੇ ਸਰਾਂ। Private construction, residential or commercial mortgage purchase, private funds or heavy equipments ਦੀ leasing and financing। ਕਿਸੇ ਵੀ ਤਰ੍ਹਾਂ ਦੀ urgency ਵਿੱਚ ਲੋਨ ਦੀ ਜ਼ਰੂਰਤ ਹੋਵੇ, ਤੁਹਾਡੀ ਲੋੜ ਮੁਤਾਬਿਕ ਕਸਟਮ ਟੇਲਰਡ ਪ੍ਰਾਈਵੇਟ ਫਾਈਨੈਂਸਿੰਗ ਕੰਪੈਟੀਟਿਵ ਰੇਟਸ ਤੇ ਹੈ ਅਵੇਲੇਬਲ। ਇਹ ਸਾਰੇ ਬੈਂਕਸ ਐਂਡ ਕ੍ਰੈਡਿਟ ਯੂਨੀਅਨਸ ਦੇ ਨਾਲ ਡੀਲ ਕਰਦੇ ਨੇ ਤੇ ਤੁਹਾਨੂੰ ਵਧੀਆ ਤੋਂ ਵਧੀਆ ਰੇਟਸ ਲੱਭ ਕੇ ਦੇਣ ਦਾ ਦਾਅਵਾ ਕਰਦੇ ਨੇ। ਇਟਸ ਅ ਡੋਮਿਨੀਅਨ ਲੈਂਡਿੰਗ ਸੈਂਟਰਸ, ਸੰਧੂ ਐਂਡ ਸਰਾਂ ਮੌਰਗੇजेस, 1062790 Gladwin Road, Abbotsford. Contact Ishwinder Sandhu 7782413342 or Vikram Sra 7785526669 or log on to www.sandhusaramortgages.com। ਸੋ ਆਓ ਜੀ ਮੇਰੇ ਨਾਲ ਅਸੀਂ ਸਵਾਗਤ ਕਰਦੇ ਹਾਂ ਸਾਡੀਆਂ ਸ਼ਖਸੀਅਤਾਂ ਦਾ। ਅਸ਼ਵਿੰਦਰ ਸੰਧੂ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਂਝਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਵਿਕਰਮ ਸਰਾਈ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਂਝਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੇ ਤੁਹਾਨੂੰ ਭੈਣ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਲੱਗਾ ਤੁਸੀਂ ਆਪਣਾ ਟਾਈਮ ਕੱਢਿਆ ਤੇ ਤੁਸੀਂ ਅੱਜ ਸਾਡੇ ਸਟੂਡੀਓ 'ਚ ਆਏ। ਹੁਣ ਤੇ ਸਾਰੇ ਬੱਚਿਆਂ ਨੂੰ ਵੀ ਯਾਦ ਆ ਤੁਹਾਡੀ ਟੈਗਲਾਈਨ ਬੜੀ ਵਧੀਆ ਜਿਹੜੀ ਲਿਖੀ ਹੋਈ ਹੈ, ਇਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਾਂਗੇ ਕਿ ਇਹ ਕਿਵੇਂ ਜੁੜੀ ਸੀ। ਪਰ ਪਹਿਲਾਂ ਅਸ਼ਵਿੰਦਰ ਜੀ, ਅਸੀਂ ਤੁਹਾਡੇ ਬਾਰੇ ਜਾਣਾਂਗੇ ਕਿ ਲੋਕੀ ਤੁਹਾਨੂੰ ਇੱਕ ਬਿਜ਼ਨਸ ਦੇ ਤੌਰ ਤੇ ਜਾਣਦੇ ਆ, ਪਰ ਅਸੀਂ ਅਸ਼ਵਿੰਦਰ ਹੁਣਾਂ ਨੂੰ ਥੋੜਾ ਜਿਹਾ ਬੈਕਗ੍ਰਾਉਂਡ ਤੋਂ ਜਾਣਾਂਗੇ। ਥੋੜਾ ਜਿਹਾ ਚੱਲਦੇ ਆ ਤੁਹਾਡੀ ਬੈਕਗ੍ਰਾਉਂਡ ਤੇ। ਥੋੜਾ ਬੈਕਗ੍ਰਾਉਂਡ 'ਚ ਜੀ, ਮੈਂ ਮੋਰਗੇਜ ਇੰਡਸਟਰੀ 'ਚ 2014 'ਚ ਆਇਆ ਸੀਗਾ ਜੀ, ਐਜ਼ ਅ ਬ੍ਰੋਕਰ ਸ਼ੁਰੂ ਕੀਤਾ ਥੋੜੇ ਟਾਈਮ ਲਈ। ਫਿਰ ਮੈਂ ਬੈਂਕ ਆਫ ਮੌਂਟਰੀਅਲ 'ਚ ਐਜ਼ ਅ ਮੋਰਗੇਜ ਬ੍ਰੋਕਰ ਲੱਗਿਆ। ਸੋ 1 ਸਾਲ ਬੈਂਕ ਆਫ ਮੌਂਟਰੀਅਲ 'ਚ ਕੰਮ ਕਰਨ ਤੋਂ ਬਾਅਦ ਫਿਰ RBC ਜੁਆਇਨ ਕਰ ਲਈ ਸੀ। ਸੋ RBC 'ਚ 3 ਸਾਲ RBC 'ਚ ਲਾ ਕੇ ਉਸ ਤੋਂ ਬਾਅਦ ਫਿਰ ਮੈਂ ਤੇ ਵਿਕਰਮ ਜਾਣੀ RBC 'ਚ ਜੇ ਕਈ ਡੀਲਾਂ ਹੁੰਦੀਆਂ ਸੀ, ਸਾਡੀਆਂ ਡੀਲਾਂ ਕਲੈਪਸ ਬਹੁਤ ਕਰਦੀਆਂ ਸੀ ਉਸ ਟਾਈਮ। ਸੋ ਉਸ ਤੋਂ ਬਾਅਦ ਵਿਕਰਮ ਨਾਲ ਮੁਲਾਕਾਤ ਹੋਈ, ਫਿਰ ਸਾਡਾ ਇੰਨਾ ਪਿਆਰ ਵੱਧਦਾ ਗਿਆ ਤੇ ਹੌਲੀ ਹੌਲੀ ਫਿਰ ਅਸੀਂ ਸੋਚਿਆ ਵੀ ਅਸੀਂ ਆਪ ਦੀ ਬ੍ਰੋਕਰੇਜ ਖੋਲੀਏ। ਸੋ ਮਾਰਚ 2018 'ਚ ਫਿਰ ਅਸੀਂ ਸੰਧੂ ਐਂਡ ਸਰਾਂ ਮੌਰਗੇजेस ਖੋਲੀ ਸੀਗੀ ਜੀ। ਤੇ ਵਿਕਰਮ ਜੀ, ਤੁਹਾਡੇ ਬਾਰੇ ਜਾਣਨਾ ਚਾਹਾਂਗੇ ਜੀ। ਹਾਂਜੀ ਭੈਣ ਜੀ, ਮੈਂ 2015 ਦੇ ਵਿੱਚ ਐਜ਼ ਅ ਮੌਰਗੇਜ ਬ੍ਰੋਕਰ ਜੁਆਇਨ ਕੀਤਾ ਸੀਗਾ ਤੇ ਸਟਾਰਟ ਕੀਤਾ ਸੀਗਾ। ਜਦੋਂ ਸਟਾਰਟ ਕੀਤਾ ਨੈਵਰ ਐਕਸਪੈਕਟਡ ਕਿ ਕਮਿਊਨਿਟੀ ਵੱਲੋਂ ਸਾਨੂੰ ਇੰਨਾ ਪਿਆਰ ਮਿਲੂਗਾ ਤੇ ਕਮਿਊਨਿਟੀ ਨੇ ਸਾਨੂੰ ਬਹੁਤ ਪਿਆਰ ਦਿੱਤਾ। 2015 ਤੋਂ 3 ਸਾਲ ਮੈਂ ਇੰਡੀਵਿਜੂਅਲ ਮੌਰਗੇਜ ਬ੍ਰੋਕਰਿੰਗ ਦਾ ਕੰਮ ਕੀਤਾ ਜੀ,
ਉਸ ਤੋਂ ਬਾਅਦ ਐਜ਼ ਅਸ਼ਵਿੰਦਰ ਨੇ ਮੈਂਸ਼ਨ ਕੀਤਾ ਵੀ ਅਸੀਂ ਦੋਨੇ ਆਪਸ 'ਚ ਬਹੁਤ ਵਧੀਆ ਫਰੈਂਡ ਬਣ ਗਏ ਸੀ, ਇੰਡਸਟਰੀ 'ਚ ਹੀ ਮਿਲੇ ਸੀਗੇ। ਵੀਰ ਜੀ ਹੋਣੀ ਆਰਬੀਸੀ 'ਚ ਕੰਮ ਕਰਦੇ ਸੀ ਤੇ ਮੈਂ ਮਾਰਗੇਜ ਬ੍ਰੋਕਰ ਸੀਗਾ। ਅਸੀਂ ਮਤਲਬ ਕਿ ਡੇਲੀ ਵਾਂਗੂ ਆਪਸ 'ਚ ਗੱਲਾਂ ਬਾਤਾਂ ਕਰਦੇ ਸੀ ਤੇ ਇਵੈਂਚੁਅਲੀ ਇੱਕ ਆਈਡੀਆ ਆਇਆ ਵੀ ਵਾਈ ਨਾਟ ਅਸੀਂ ਇੱਕ ਟੀਮ ਬਣਾਈਏ ਆਪਦੀ। ਤੇ ਜਦੋਂ ਟੀਮ ਬਣਾਉਣ ਦੀ ਗੱਲਬਾਤ ਚੱਲੀ ਤੇ ਇਟ ਟੁੱਕ ਸਮ ਟਾਈਮ, 6 ਮਹੀਨੇ ਲੱਗ ਗਏ ਸਾਨੂੰ ਫਾਈਨਲਾਈਜ਼ ਕਰਦੇ ਨੂੰ ਸਾਰਾ ਕੁਝ, ਪਰ ਇਵੈਂਚੁਅਲੀ ਮਾਰਚ 2018 ਨੂੰ ਸੰਧੂ ਐਂਡ ਸਰਾਂ ਮਾਰਗੇਜਸ ਦੀ ਟੀਮ ਉੱਭਰ ਕੇ ਆਈ ਤੇ ਪ੍ਰਮਾਤਮਾ ਦੀ ਮਿਹਰ ਨਾਲ ਸਾਰੇ ਲੋਕਾਂ ਦੀ ਸਪੋਰਟ ਨਾਲ ਸਾਨੂੰ ਬਹੁਤ ਵਧੀਆ ਸਪੋਰਟ ਮਿਲੀ ਸੰਧੂ ਐਂਡ ਸਰਾਂ ਮਾਰਗੇਜ ਦੀ ਟੀਮ ਨੂੰ। ਤੇ ਸਾਡਾ ਆਫਿਸ ਵੀ ਐਵਸਫੋਰਡ ਦੇ ਵਿੱਚ ਹੈ। 2018 ਤੋਂ ਕੰਟੀਨਿਊ ਅਸੀਂ ਐਜ਼ ਏ ਟੀਮ ਕੰਮ ਕਰ ਰਹੇ ਹਾਂ, ਜਿਹਦੇ 'ਚ ਅਸੀਂ ਸੇਵਾਵਾਂ ਦੇ ਰਹੇ ਹਾਂ ਮਾਰਗੇਜ ਦੀਆਂ, ਟਰੱਕ ਲੋਨਸ ਦੀਆਂ, ਤੇ ਅਸੀਂ ਇੱਕ ਇਨਵੈਸਟਮੈਂਟ ਮਾਰਗੇਜ ਇਨਵੈਸਟਮੈਂਟ ਕਾਰਪੋਰੇਸ਼ਨ ਵੀ ਹੈਗੀ ਆ ਸਾਡੀ ਜਿਹੜੀ ਓਪਨ ਕੀਤੀ ਆ, ਉਹ ਅਸੀਂ ਲਾਸਟ ਈਅਰ 2019 ਚ ਕੀਤੀ ਸੀ, ਉਹ ਵੀ ਅਸੀਂ ਚਲਾ ਰਹੇ ਆ ਨਾਲ ਨਾਲ ਜੀ। ਤੇ ਥੋੜਾ ਜਿਹਾ ਸਾਨੂੰ ਤੁਸੀਂ ਦੱਸੋ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇੱਕ ਡਿਫਰੈਂਟ ਪ੍ਰੋਫੈਸ਼ਨ ਚ ਸੀਗੇ ਔਰ ਤੁਸੀਂ ਮਿਲਦੇ ਗਿਲਦੇ ਰਹਿੰਦੇ ਸੀ, ਇਸੇ ਤਰ੍ਹਾਂ ਤੁਹਾਡੀ ਭਾਈਚਾਰਕ ਸਾਂਝ ਵਧੀ ਔਰ ਤੁਸੀਂ ਹੁਣ ਇੱਕ ਪੂਰੀ ਆਰਗੇਨਾਈਜੇਸ਼ਨ, ਆਪਣੀ ਪੂਰੀ ਇੱਕ ਟੀਮ ਬਿਲਡ ਅਪ ਕੀਤੀ ਹੈਗੀ, ਤੁਸੀਂ ਲੋਕਾਂ ਦੀਆਂ ਸੇਵਾਵਾਂ ਕਰ ਰਹੇ ਹੋ, ਬੜੀਆਂ ਵਧੀਆ ਦੇ ਵੀ ਰਹੇ, ਮਾਰਗੇਜ ਦੇ ਬਾਰੇ, ਟਰੱਕਿੰਗ ਦੇ ਲੋਨ ਦੇ ਰਹੇ ਹੋ, ਹੋਰ ਵੀ ਬਹੁਤ ਕੁਝ ਕਰ ਰਹੇ ਹੋ। ਪਰ ਜਦੋਂ ਅਸੀਂ ਗੱਲ ਕਰਦੇ ਆ ਇੱਕ ਟੀਮ ਬਿਲਡ ਹੋਣੀ ਆ ਤੇ ਤੁਸੀਂ ਆਪਣੇ ਲਾਸਟ ਨੇਮ ਟੁਗੇਦਰ ਕਰ ਦਿੱਤੇ, ਜਿਹੜਾ ਇੱਕ ਟੈਗ ਲਾਈਨ ਬਣਾਤੀ ਸਾਰੇ ਆ, ਇਹ ਕਿਹਦਾ ਆਈਡੀਆ ਸੀ ਤੁਹਾਡੇ ਚ? ਇਹ ਟੈਗ ਲਾਈਨ ਦਾ ਭੈਣ ਜੀ ਆਈਡੀਆ ਇਦਾਂ ਆਇਆ ਸੀਗਾ ਕਿ ਪਹਿਲਾਂ ਇਹ ਟੈਗ ਲਾਈਨ ਚੱਲਦੀ ਸੀਗੀ ਜਦੋਂ ਮੈਂ ਮਾਰਗੇਜ ਬ੍ਰੋਕਰ ਸੀਗਾ, ਬੈਂਕ ਵੱਲੋਂ ਹੋ ਗਈ ਨਾ ਕਾਲ ਕਰੋ ਵਿਕਰਮ ਸਰਾਂ। ਫਿਰ ਜਦੋਂ ਸਾਡੀ ਅਸੀਂ ਆਈਡੀਆ ਲਿਆ, ਦੋਨੇ ਜੁਆਇਨ ਕੀਤਾ, ਅਸੀਂ 3 ਕੰਪਨੀ ਦੇ ਨਾਮ ਸੋਚੇ ਸੀ ਵੀ SS ਮਾਰਗੇਜਸ, S&S ਮਾਰਗੇਜਸ, ਸੰਧੂ ਐਂਡ ਸਰਾਂ ਮਾਰਗੇਜਸ। ਸਾਨੂੰ ਨਹੀਂ ਸੀ ਪਤਾ, ਅਸੀਂ ਨਹੀਂ ਕਿਹਾ ਵੀ ਸਾਨੂੰ ਸੰਧੂ ਐਂਡ ਸਰਾਂ ਚਾਹੀਦਾ, ਅਸੀਂ ਐਕਸਪੈਕਟ ਕਰ ਰਹੇ ਸੀ ਵੀ S&S, ਕਿਉਂਕਿ ਸੰਧੂ ਐਂਡ ਸਰਾਂ ਅਸੀਂ ਇਹ ਸੋਚਦੇ ਸੀਗੇ ਵੀ ਜਿਵੇਂ ਪੰਜਾਬੀ ਕਮਿਊਨਿਟੀ ਦਾ ਨਾਮ ਬਣ ਕੇ ਰਹਿ ਜਾਊਗਾ ਗੱਲਾਂ। ਪਰ ਜਿਵੇਂ ਰੱਬ ਨੂੰ ਮਨਜ਼ੂਰ ਹੁੰਦਾ, ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਜੀ, ਅਸੀਂ ਜਦੋਂ ਸਾਨੂੰ S&S ਵੀ ਨਹੀਂ ਮਿਲਿਆ ਨਾਮ ਤੇ SS ਵੀ ਨਹੀਂ ਮਿਲਿਆ, ਸਾਨੂੰ ਸੰਧੂ ਐਂਡ ਸਰਾਂ ਮਾਰਗੇਜਸ ਦਾ ਹੀ ਨਾਮ ਮਿਲਿਆ ਆਟੋਮੈਟਿਕ, ਕਿਉਂਕਿ ਉਹ ਡਿਕਲਾਈਨ ਕਰ ਦਿੰਦੇ ਨੇ ਜਿਹੜੀਆਂ ਕਾਮਨ ਕੰਪਨੀ ਨੇਮਸ ਹੁੰਦੇ ਨੇ ਨਾ, ਦੇ ਡੋਨਟ ਲੈਟ ਯੂ ਟੇਕ ਇਟ, ਕਿਉਂਕਿ ਆਲਰੇਡੀ ਉਹਦੇ ਨਾਲ ਦੀਆਂ ਜਿਵੇਂ ਫਾਈਨੈਂਸ਼ੀਅਲ ਇੰਡਸਟਰੀ ਦੀਆਂ ਹੈਗੀਆਂ ਨੇ। ਤੇ ਫਿਰ ਸਾਨੂੰ ਸੰਧੂ ਐਂਡ ਸਰਾਂ ਦਾ ਨਾਮ ਰਜਿਸਟਰ ਹੋ ਕੇ ਆਇਆ ਤੇ ਫਿਰ ਵੀ ਜਸਟ ਥਾਟ ਕਿ ਯਾਰ ਦਿਸ ਇਜ਼ ਦਾ ਰਾਈਟ ਟਾਈਮ ਐਂਡ ਤੇ ਉਹ ਟੈਗ ਲਾਈਨ ਅਸੀਂ ਫਿਰ ਵਿਕਰਮ ਸਰਾਂ ਤੋਂ ਚੇਂਜ ਕਰਕੇ, ਕੁਦਰਤੀ ਨਾਮ ਦੇ ਸੰਧੂ ਐਂਡ ਸਰਾਂ ਨਹੀਂ ਆਇਆ ਸੀਗਾ ਤੇ ਉਹ ਚੇਂਜ ਕਰਕੇ ਅਸੀਂ ਬੈਂਕ ਵੱਲੋਂ ਹੋ ਗਈ ਨਾ ਕਾਲ ਕਰੋ ਸੰਧੂ ਐਂਡ ਸਰਾਂ ਚ ਚੇਂਜ ਕਰਤੀ ਸੀ। ਤੇ ਬਹੁਤ ਹੀ ਵਧੀਆ ਲੱਗਦਾ, ਬੋਲਣ ਚ ਵੀ ਬੜੀ ਵਧੀਆ ਲੱਗਦੀ ਹੈ। ਪਰ ਕਮਿਊਨਿਟੀ ਦੇ ਵਿੱਚ ਬਹੁਤ ਵਾਰੀ ਅਸੀਂ ਜਦੋਂ ਗੱਲ ਕਰਦੇ ਹਾਂ ਤੇ ਹਮੇਸ਼ਾ ਤੁਹਾਡੇ ਨਾਮ ਉੱਪਰ ਕੇ ਆਉਂਦੇ ਆ। ਜੇ ਅਸੀਂ ਐਬਸਫੋਰਡ ਦੀ ਗੱਲ ਕਰੀਏ, ਵਧੀਆ ਕੰਮ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਇਨਸਾਨ ਆਪਣੇ ਕੰਮਾਂ ਤੋਂ ਹੀ ਪਹਿਚਾਣ ਹੁੰਦਾ ਜੇ ਤੁਸੀਂ ਗਾਈਡ ਵਧੀਆ ਲੋਕਾਂ ਨੂੰ ਕਰਦੇ ਆ। ਔਰ ਹੁਣ ਜੋ ਚੱਲ ਰਿਹਾ ਹੈਗਾ COVID-19 ਚੱਲ ਰਿਹਾ ਹੈਗਾ, ਸੋ ਇਹਨੂੰ ਲੈ ਕੇ ਅਸ਼ਵਿੰਦਰ ਜੀ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਆ ਔਰ ਲੋਕੀ ਦੇਖ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ COVID-19 ਓਵਰ ਹੋਊਗਾ ਤੇ ਕੀ ਹੋਣਾ, ਤੇ ਤੁਹਾਨੂੰ ਕੀ ਲੱਗਦਾ, ਕਿਉਂਕਿ ਤੁਸੀਂ ਸਪੈਸ਼ਲਿਸਟ ਆ ਇਸ ਫੀਲਡ ਦੇ ਵਿੱਚ, ਸੋ ਤੁਹਾਨੂੰ ਕੀ ਲੱਗਦਾ ਕਿ ਮਾਰਕੀਟਿੰਗ ਆ ਕਿੱਦਾਂ ਦੀ ਹੋਣ ਵਾਲੀ ਹੈ, ਮਾਰਕੀਟ 'ਚ ਕੀ ਹੋਣ ਵਾਲਾ? COVID-19 ਜਿਵੇਂ ਇੱਕ ਤਰ੍ਹਾਂ ਦੀ ਜੀ ਬਿਮਾਰੀ ਆਈ ਹੈ ਕਿ ਜਿਹਦਾ ਕੋਈ ਅਨਐਕਸਪੈਕਟਡ ਸੀਗੀ, ਕਿਸੇ ਨੂੰ ਵੀ ਐਕਸਪੈਕਟਡ ਨਹੀਂ ਸੀਗਾ, ਵੀ ਪਤਾ ਨਹੀਂ ਸੀ ਵੀ, ਨਾਲੇ ਹਜੇ ਇਹਦੇ ਇੰਪੈਕਟ ਇਹ ਨਹੀਂ ਪਤਾ ਵੀ ਮਾਰਕੀਟ ਕਿਵੇਂ ਹਿੱਟ ਕਰੂ, ਕੀ ਕਰੂ, ਹਜੇ ਕੁਝ ਸਮਝ ਨਹੀਂ ਆ ਰਿਹਾ ਹੈਗਾ ਇਸ ਟਾਈਮ ਲੋਕਾਂ ਨੂੰ। ਪਰ ਜਦੋਂ COVID-19 ਜੇ ਚਲੇ ਜਾਂਦਾ ਵਾ ਤਾਂ ਮੇਰੇ ਖਿਆਲ ਨਾਲ ਵੀ ਮਾਰਕੀਟ ਫਿਰ ਸੇਮ ਲੈਵਲ ਤੇ ਆ ਜੂਗੀ, ਕਿਉਂਕਿ ਜੀ। ਪਰ ਹੁਣ ਜਿਵੇਂ ਵਿਕਰਮ ਜੀ ਬਹੁਤ ਮਾਰਕੀਟ ਡਾਊਨ ਚਲੇਗੀ, ਸਾਰੇ ਕੰਮ ਬੰਦ ਪਏ ਆ, ਲੋਕਾਂ ਨੇ, ਕਈਆਂ ਨੇ ਜਿਨ੍ਹਾਂ ਨੇ ਆਪਣੇ ਪ੍ਰੋਜੈਕਟ ਸਟਾਰਟ ਕੀਤੇ ਸੀ ਉਹ ਵੀ ਸਟਾਪ ਹੋਏ ਪਏ ਆ ਔਰ ਬਹੁਤ ਕੁਝ ਨੁਕਸਾਨ ਵੀ ਲੋਕਾਂ ਦਾ ਹੋ ਰਿਹਾ। ਬੇਸ਼ੱਕ ਗਵਰਨਮੈਂਟ ਹੈਲਪ ਕਰ ਰਹੀ ਹੈ ਪਰ ਫਿਰ ਵੀ ਬਹੁਤ ਲਾਸ ਵੀ ਹੋ ਰਿਹਾ। ਬਿਲਕੁਲ ਜੀ। ਸੋ ਤੁਹਾਨੂੰ ਕੀ ਲੱਗਦਾ ਕਿ ਜਦੋਂ COVID-19 ਓਵਰ ਹੋਊਗਾ ਕਿ ਹਾਲਾਤ ਇਹੋ ਜਿਹੇ ਰਹਿਣਗੇ ਕਿ ਇਹ ਲੋਕਾਂ ਦੇ ਲਈ ਮੁੜ ਕੇ ਇਹਨਾਂ ਪ੍ਰੋਜੈਕਟਸ ਨੂੰ ਸਟਾਰਟ ਕਰਨਾ ਕਿੰਨਾ ਕੁ ਚੈਲੰਜ ਹੋਊਗਾ ਇਹਨਾਂ ਦੇ ਲਈ? ਭੈਣ ਜੀ ਮੈਂ ਇੱਕ ਗੱਲ ਜਸਟ ਆਪਣੇ ਸਰੋਤਿਆਂ ਨੂੰ ਵੀ ਦੱਸਣਾ ਚਾਹੁੰਦਾ, ਆਪਣੀ ਜਿਹੜੇ ਕੈਨੇਡੀਅਨ ਇਕਨੋਮੀ ਹੈ ਨਾ ਜੀ, ਇਹ ਇਮੀਗ੍ਰੇਸ਼ਨ ਦੇ ਸਿਰ ਤੇ ਬੇਸਡ ਹੈ। ਇੱਕ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਆਪਣੀ ਇਕਨੋਮੀ ਨੂੰ ਰਨ ਕਰਦੀ ਹੈ ਜੀ, ਕਿਉਂਕਿ ਜੇ ਤੁਸੀਂ ਵੀ ਕਿਸੇ ਤੋਂ ਵੀ ਗੱਲ ਕਰੋਗੇ ਆਊਟ ਆਫ ਕੰਟਰੀ, ਮੰਨ ਲਓ ਆਪਾਂ ਤਾਂ ਇੰਡੀਆ ਨਾਲ ਬਿਲੋਂਗ ਕਰਦੇ ਆ ਨਾ, ਇੰਡੀਆ ਤੋਂ ਪੁੱਛੋ ਕਿੱਥੇ ਜਾਣਾ, ਐਵਰੀਬਾਡੀ ਹੈਜ਼ ਫਸਟ ਚੁਆਇਸ ਕਿ ਕੈਨੇਡਾ ਜਾਣਾ ਹੈ। ਤੇ ਉਹ ਚੀਜ਼ ਅਸੀਂ ਐਕਸਪੈਕਟ ਕਰਦੇ ਹਾਂ ਵੀ ਜਦੋਂ ਇਹ COVID-19 ਓਵਰ ਹੋਊਗਾ, ਇਮੀਗ੍ਰੇਸ਼ਨ ਦੁਬਾਰਾ ਓਪਨ ਹੋਊਗੀ, ਫਲਾਈਟਾਂ ਦੁਬਾਰਾ ਚੱਲਣੀਆਂ ਸ਼ੁਰੂ ਹੋਣਗੀਆਂ, ਬਹੁਤੇ ਲੋਕੀ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਆ ਹਲੇ ਉੱਥੇ ਬੈਠੇ ਆ, ਬਹੁਤੇ ਸਟੂਡੈਂਟਸ ਜਿਹੜੇ ਇੱਥੇ ਪੱਕੇ ਹੋ ਰਹੇ ਆ, ਮਾਰਕੀਟ ਉਮੀਦ ਕਰਦੇ ਆ ਕਿ ਮਾਰਕੀਟ ਨੂੰ ਕੋਈ ਬੈਡ ਇਫੈਕਟ ਨਹੀਂ ਕਰਦਾ।
ਐਜ਼ ਲੌਂਗ ਐਜ਼ ਪੀਪਲ ਲੋਕ ਦੁਬਾਰਾ ਜੌਬਾਂ ਤੇ ਚਲੇ ਜਾਣ ਸਾਰੇ, ਕਿਉਂਕਿ ਜੌਬਾਂ ਦਾ ਵੀ ਨਹੀਂ ਪਤਾ ਕਿੰਨਾ ਕੁ ਇਫੈਕਟ ਹੋਣਾ, ਪਰ ਉਮੀਦ ਇਹ ਹੈ ਵੀ ਮਾਰਕੀਟ ਦੁਬਾਰਾ ਉਸੇ ਪੇਸ ਨਾਲ ਚੱਲੂਗੀ। ਕਿਉਂਕਿ ਇਮੀਗ੍ਰੈਂਟ ਆਉਣਗੇ, ਉਹਨਾਂ ਨੇ ਪ੍ਰਾਪਰਟੀਆਂ ਲੈਣੀਆਂ ਨੇ। ਆਪਣਾ ਫਰੇਜ਼ਰ ਵੈਲੀ ਏਰੀਆ ਬੜਾ ਮਤਲਬ ਕਿ ਹਰ ਇੱਕ ਲਈ ਸਭ ਤੋਂ ਵੱਧ ਫੇਵਰੇਟ ਏਰੀਆ, ਵੀ ਇੱਥੇ ਹੀ ਰਹਿਣਾ। ਕੋਈ ਬੰਦਾ ਫਰੇਜ਼ਰ ਵੈਲੀ ਤੋਂ ਬਾਹਰ ਜਾ ਕੇ ਰਹਿਣਾ ਹੀ ਨਹੀਂ ਚਾਹੁੰਦਾ, ਕਿਉਂਕਿ ਵੈਦਰ ਬੜਾ ਬੈਸਟ ਹੈ, ਵੈਦਰ ਬਹੁਤ ਵਧੀਆ ਇੱਥੋਂ ਦਾ, ਹਨਾ। ਸੋ ਇਹ ਚੀਜ਼ ਕਰਕੇ ਸਾਨੂੰ ਲੱਗਦਾ ਵੀ ਕੋਵਿਡ-19 ਦੇ ਇਫੈਕਟ ਜਦੋਂ ਓਵਰ ਹੋਊਗਾ, ਰੀਅਲ ਸਟੇਟ ਮਾਰਕੀਟ ਤੇ ਜ਼ਿਆਦਾ ਇਫੈਕਟ ਨਹੀਂ ਪੈਂਦਾ। ਪਰ ਇਹਦੇ ਨਾਲ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ, ਮੌਰਗੇजेस ਤੇ ਜਿਹੜੇ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਪ੍ਰੋਜੈਕਟ ਖੜ ਗਏ, ਕਿਉਂਕਿ ਬੈਂਕਾਂ ਬਹੁਤ ਸਟ੍ਰਿਕਟ ਹੋ ਗਈਆਂ। ਹੁਣ ਜਦੋਂ ਬੈਂਕਾਂ ਫਾਈਨੈਂਸਿੰਗ ਦਿੰਦੀਆਂ ਨੇ ਕਿਸੇ ਨੂੰ, ਦੇ ਲੁੱਕ ਐਟ ਵੈਰੀ ਡੀਪਲੀ, ਇਨਕਮ ਤੇ ਬਹੁਤ ਡੀਪਲੀ ਦੇਖਦੇ ਆ। ਕਈ ਪ੍ਰੋਫੈਸ਼ਨਸ ਨੂੰ ਬੈਂਕਾਂ ਨੇ ਮਤਲਬ ਕਿ ਇੱਕ ਹਿਸਾਬ ਨਾਲ ਹੁਣ ਜਿੱਦਾਂ ਹੁਣ ਕਿੰਨਾਂ ਦੀ ਜੌਬਸ ਲੇ ਆਫ ਹੋ ਗਈਆਂ ਜਾਂ ਕੰਮ ਘਟ ਗਏ, ਉਹਨਾਂ ਨੂੰ ਬੈਂਕਾਂ ਨੇ ਮੌਰਗੇਜਾਂ ਵੀ ਦੇਣੀਆਂ ਹਾਰਡ ਕਰਤੀਆਂ। ਹੁਣ ਇਹ ਚੀਜ਼ ਜ਼ਰੂਰ ਇਫੈਕਟ ਕਰ ਰਹੀ ਆ। ਇਸੇ ਕਰਕੇ ਅਸੀਂ ਬਸ ਰੱਬ ਅੱਗੇ ਅਰਦਾਸ ਹੀ ਕਰ ਸਕਦੇ ਆ ਵੀ ਲੋਕਾਂ ਦੀਆਂ ਜੌਬਾਂ ਤੇ ਜ਼ਿਆਦਾ ਇਫੈਕਟ ਨਾ ਪਵੇ। ਜਦੋਂ ਇਹ ਚੀਜ਼ ਓਵਰ ਹੋਵੇ ਤਾਂ ਲੋਕ ਵਾਪਸ ਕੰਮਾਂ ਤੇ ਜਾਣ ਤੇ ਆਪਣੀ ਇਕਨੋਮੀ ਕੰਟੀਨਿਊ ਉੱਤੇ ਹੀ ਚੱਲਦੀ ਰਹੇ ਜਿੱਦਾਂ ਚੱਲਦੀ ਸੀ। ਪਰ ਤੁਸੀਂ ਕਿਹਾ ਕਿ ਜੇ ਬੈਂਕ ਨੇ ਕਰਤੀ ਨਾ ਤੇ ਫਿਰ ਕਿਤੇ ਜਾਣ ਦੀ ਲੋੜ ਨਹੀਂ ਤੇ ਤੁਹਾਨੂੰ ਤਾਂ ਕਾਲ ਕਰ ਹੀ ਲੈਣੀ ਹੈ। ਸੋ ਤੁਸੀਂ ਇਹ ਸਾਰਾ ਕਿਵੇਂ ਰਨ ਕਰਦੇ ਹੋ? ਕਿਉਂਕਿ ਬੈਂਕ ਵੱਲੋਂ ਕਿਸੇ ਨੂੰ ਨਾ ਹੋ ਗਈ ਆ ਤੇ ਫਿਰ ਤੁਹਾਡੀਆਂ ਕੀ ਗਾਈਡਲਾਈਨਸ ਆ? ਕਿਉਂਕਿ ਬੈਂਕ ਤਾਂ ਬਹੁਤ ਕੁਝ ਪੁੱਛਦੀ ਆ ਹੁਣ ਕਿਸੇ ਨੂੰ ਮਾਰਗੇਜ ਦੇਣ ਤੋਂ ਪਹਿਲਾਂ, ਪਰ ਤੁਸੀਂ ਕਿਹੜੀਆਂ ਗੱਲਾਂ ਪਹਿਲਾਂ ਉਹ ਗਾਈਡਲਾਈਨ ਆਪਣੀ ਰੱਖੀ ਹੈ? ਇਹਦੇ ਵਿੱਚ ਭੈਣ ਜੀ ਇੱਕ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਅਗੇਨ, ਵੀ ਜਦੋਂ ਹੁਣ ਕੋਈ ਕਲਾਇੰਟ ਇੱਕ ਬੈਂਕ ਕੋਲੇ ਜਾਂਦਾ, ਮੰਨ ਲਓ ਇੱਕ ਐਗਜ਼ਾਮਪਲ ਲੈਂਦੇ ਆ ਵੀ ਆਰਬੀਸੀ ਕੋਲੇ ਗਿਆ, ਆਰਬੀਸੀ ਨੇ ਇਕੱਲਾ ਆਪਣਾ ਪ੍ਰੋਡਕਟ ਹੀ ਦੇਣਾ ਉਹਨਾਂ ਨੂੰ, ਜੋ ਆਰਬੀਸੀ 'ਚ ਫਿੱਟ ਹੁੰਦਾ ਤਾਂ ਉਹਨੂੰ ਮਾਰਗੇਜ ਮਿਲ ਜੂਗੀ, ਜੇ ਆਰਬੀਸੀ 'ਚ ਫਿੱਟ ਨਹੀਂ ਹੁੰਦਾ ਤਾਂ ਉਹਨੂੰ ਮਾਰਗੇਜ ਨਹੀਂ ਮਿਲਣੀ ਜਾਂ ਉਹਨੂੰ ਫਾਈਨੈਂਸਿੰਗ ਨਹੀਂ ਮਿਲਣੀ। ਸਾਡੇ ਕੋਲੇ ਅਸੀਂ ਇਹ ਤਾਂ ਟੈਗਲਾਈਨ ਯੂਜ਼ ਕਰਦੇ ਹਾਂ ਕਿਉਂਕਿ ਸਾਡੇ ਕੋਲੇ ਮਲਟੀਪਲ ਲੈਂਡਰਸ ਨੇ। ਮੰਨ ਲਓ ਕਿਸੇ ਬੰਦੇ ਦੀ ਬੈਂਕ ਤੋਂ ਮਾਰਗੇਜ ਅਪਰੂਵ ਨਹੀਂ ਹੋ ਰਹੀ, ਸਾਡੇ ਕੋਲੇ ਆਲਟਰਨੇਟ ਲੈਂਡਰਸ ਨੇ, ਮੋਨੋਲਾਈਨ ਲੈਂਡਰਸ ਨੇ, ਪ੍ਰਾਈਵੇਟ ਲੈਂਡਰਸ ਨੇ, ਬੀ ਲੈਂਡਰਸ ਨੇ, ਜਿਹਨੂੰ ਆਪਾਂ ਆਪਣੀ ਲੈਂਗੁਏਜ ਦੇ ਵਿੱਚ ਕਹਿ ਦਿੰਦੇ ਆ। ਸੋ ਅਸੀਂ ਕਿਤੇ ਨਾ ਕਿਸੇ ਪਾਸੇ ਕਿਸੇ ਨਾ ਕਿਸੇ ਬੈਂਕ ਦੀ ਗਾਈਡਲਾਈਨ ਦੇ ਵਿੱਚ ਹਰ ਡੀਲ ਮੋਸਟਲੀ ਫਿੱਟ ਹੋ ਜਾਂਦੀ ਹੈ। ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਕਲਾਇੰਟ ਨੂੰ ਕਿਤੇ ਨਾ ਕਿਤੋਂ ਮਾਰਗੇਜ ਅਰੇਂਜ ਕਰਾ ਕੇ ਦੇ ਦਈਏ। ਇਹੀ ਰੀਜ਼ਨ ਹੈ ਕਿ ਅਸੀਂ ਕਹਿੰਦੇ ਆ ਵੀ ਜੇ ਬੈਂਕ ਤੋਂ ਤੁਹਾਨੂੰ ਨਾ ਹੋਗੀ ਤਾਂ ਤੁਸੀਂ ਸਾਡੇ ਕੋਲੇ ਆ ਜਾਓ, ਅਸੀਂ ਕੋਈ ਨਾ ਕੋਈ ਤੁਹਾਡਾ ਹੱਲ ਕਰ ਦਾਂਗੇ ਜੀ। ਤੇ ਜਦੋਂ ਬੈਂਕ ਦੀ ਤੇ ਜੇ ਤੁਸੀਂ ਪ੍ਰਾਈਵੇਟ ਮਾਰਗੇਜ ਵੀ ਕਰਾ ਕੇ ਦਿੰਦੇ ਹੈਗੇ ਆ, ਸੋ ਕਿੰਨਾ ਕੁ ਫਰਕ ਹੁੰਦਾ ਬੈਂਕ ਨਾਲੋਂ? ਪ੍ਰਾਈਵੇਟ ਮਾਰਗੇਜ ਥੋੜੀ ਐਕਸਪੈਂਸਿਵ ਪੈਂਦੀ ਹੈ? ਹਾਂਜੀ ਭੈਣ ਜੀ, ਇਹ ਵੀ ਮੈਂ ਬਹੁਤ ਕਲੀਅਰ ਕਰਨਾ ਚਾਹੁੰਦਾ। ਸਾਨੂੰ ਕਈ ਵਾਰ ਕਾਲਾਂ ਆਉਂਦੀਆਂ ਨੇ, ਜਿਵੇਂ ਫਸਟ ਟਾਈਮ ਬਾਇਰਸ ਦੀਆਂ ਕਾਲਾਂ ਆਉਂਦੀਆਂ ਨੇ ਵੀ ਸਾਨੂੰ ਪ੍ਰਾਈਵੇਟ ਮਾਰਗੇਜ ਲੈ ਦਿਓ ਜੇ ਬੈਂਕ ਤੋਂ ਨਹੀਂ ਹੁੰਦੀ। ਮੈਂ ਕਈਆਂ ਨੂੰ ਭੈਣ ਜੀ ਇਸ ਗੱਲ ਤੇ ਮਨਾ ਕਰ ਦਿੰਦਾ ਵੀ ਤੁਹਾਡੇ ਲਈ ਪ੍ਰਾਈਵੇਟ ਮਾਰਗੇਜ ਅਫੋਰਡ ਨਹੀਂ ਹੋਣੀ। ਰੀਜ਼ਨ ਕਿ ਫਸਟ ਟਾਈਮ ਬਾਇਰ ਬਹੁਤ ਔਖਾ ਪੈਸੇ ਜੋੜਦਾ, ਬਹੁਤ ਔਖਾ ਉਹਨੇ ਸਾਰਾ ਕੁਝ ਜੋੜਿਆ ਹੁੰਦਾ। ਅਸੀਂ ਇਹ ਨਹੀਂ ਚਾਹੁੰਦੇ ਕਿਸੇ ਨੂੰ ਗਲਤ ਗਾਈਡ ਕਰਕੇ ਤੇ ਵੀ ਉਹਨੂੰ ਪ੍ਰਾਈਵੇਟ ਮਾਰਗੇਜ 'ਚ ਧੱਕ ਦਿੱਤਾ ਜਾਵੇ ਜਾਂ ਪ੍ਰਾਈਵੇਟ ਮਾਰਗੇਜ ਉਹਨੂੰ ਦਵਾਈ ਜਾਵੇ। ਅਸੀਂ ਆਲਵੇਜ਼ ਟਰਾਈ ਕਰਦੇ ਹਾਂ ਵੀ ਉਹਨਾਂ ਨੂੰ ਸਹੀ ਗਾਈਡੈਂਸ ਦਿੱਤੀ ਜਾਵੇ। ਵੀਰ ਜੀ ਵੀ ਗਰੰਟਰ ਲਿਆਓ, ਕੋ ਸਾਈਨਰ ਲਿਆਓ ਤਾਂ ਤੁਹਾਡੀ ਮਾਰਗੇਜ ਇਦਾਂ ਹੋ ਸਕਦੀ ਹੈ, ਡਾਊਨ ਇਨਕਰੀਜ਼ ਕਰ ਲਓ ਆਪਦਾ, ਕਿਸੇ ਰਿਸ਼ਤੇਦਾਰ ਭੈਣ ਭਰਾ ਤੋਂ ਹੈਲਪ ਲੈ ਲਓ ਡਾਊਨ ਪੇਮੈਂਟ ਦੇ ਵਿੱਚ, ਵੀ ਇਦਾਂ ਤੁਹਾਨੂੰ ਇਦਾਂ ਵਧੀਆ ਹੋ ਜਾਊਗਾ। ਅਸੀਂ ਆਲਵੇਜ਼ ਟਰਾਈ ਕਰਦੇ ਹਾਂ ਸਹੀ ਗਾਈਡ ਕਰਨ ਲਈ ਕਲਾਇੰਟ ਨੂੰ। ਪ੍ਰਾਈਵੇਟ ਮਾਰਗੇਜ ਦਾ ਜਿਹੜਾ ਕੁਐਸਚਨ ਸੀ, ਡੈਫੀਨੇਟਲੀ ਬਹੁਤ ਜ਼ਿਆਦਾ ਫਰਕ ਹੁੰਦਾ। ਜੇ ਦੇਖਿਆ ਜਾਵੇ ਪ੍ਰਾਈਵੇਟ ਮਾਰਗੇਜਾਂ ਸਟਾਰਟ ਹੁੰਦੀਆਂ ਨੇ 6 ਤੋਂ 7% ਵਿਆਜ ਤੋਂ ਉੱਤੇ ਤੇ ਬੈਂਕਾਂ ਦੇ ਵਿਆਜ 3% ਤੋਂ ਥੱਲੇ ਆ। ਆਲਮੋਸਟ ਤੁਸੀਂ ਦੇਖ ਲਓ 4 ਤੋਂ 5% ਇੰਟਰਸਟ ਦਾ ਡਿਫਰੈਂਸ ਹੈ। ਜੇ 5 ਲੱਖ ਦੀ ਮਾਰਗੇਜ ਇਟ ਮੇਕਸ ਬਿਗ ਡਿਫਰੈਂਸ। ਤੇ ਅਸ਼ਵਿੰਦਰ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਤੇ ਅਸੀਂ ਕਹਿੰਦੇ ਕਿ ਕਿਸੇ ਨੇ ਮਾਰਗੇਜ ਲਈ ਆ, ਨਾਲ ਅਸੀਂ ਕੋ ਸਾਈਨਰ ਕਰ ਲਿਆ, ਕਿਸੇ ਨੇ ਕੋ ਸਾਈਨ ਕਰ ਦਿੱਤਾ, ਸਾਡੇ ਲਈ ਈਜ਼ੀ ਹੋ ਗਿਆ ਉਹ ਲੈਣਾ। ਪਰ ਕਈ ਵਾਰੀ ਜਿਹੜੇ ਕੋ ਸਾਈਨਰ ਜਾਂ ਜਿਹਨੇ ਲਈ ਆ ਮਾਰਗੇਜ, ਕੋ ਸਾਈਨਰ ਵੀ ਵਿੱਚ ਜਾ ਕੇ ਫਸ ਜਾਂਦਾ, ਉਹਦੇ ਕ੍ਰੈਡਿਟ ਨੂੰ ਵੀ ਇਫੈਕਟ ਕਰਦਾ ਹੈ। ਜੇ ਹੁਣ ਕਿਸੇ ਨੂੰ ਕੋ ਸਾਈਨਰ ਲੈ ਲਿਆ ਹੈਗਾ ਆ ਤੇ ਕੱਲ ਨੂੰ ਮੈਂ ਆਪਣੀਆਂ ਪੇਮੈਂਟਸ ਜਾਂ ਮੈਂ ਕੁਝ ਬੈਂਕ ਦੇ ਨਾਲ ਆਪਣੀ ਮੇਰੀ ਜਿਹੜੀ ਰਿਲੇਸ਼ਨ ਬੈਟਰ ਨਹੀਂਗੀ, ਬੈਸਟ ਨਹੀਂਗੀ, ਮੈਂ ਉਹ ਆਪਣੀਆਂ ਪੂਰੀਆਂ ਜਿਹੜੀਆਂ ਵੀ ਮੇਰੀਆਂ ਰਿਕੁਆਇਰਮੈਂਟਸ ਆ ਮੈਂ ਪੂਰੀਆਂ ਨਹੀਂ ਕਰ ਰਹੀ ਹੈਗੀ, ਸੋ ਕੋ ਸਾਈਨਰ ਦੇ ਉਹਦੇ ਤੇ ਵੀ ਇਫੈਕਟ ਕਰਦੀਆਂ ਹੈਗੀਆਂ ਗੱਲਾਂ, ਉਹਦਾ ਕ੍ਰੈਡਿਟ ਵੀ ਬੈਡ ਹੁੰਦਾ ਹੈਗਾ। ਹਾਂਜੀ ਬਿਲਕੁਲ ਜੀ। ਕੋਸਾਈਨਰ ਦਾ ਮਤਲਬ ਇਹ ਹੁੰਦਾ ਜੀ, ਜੇ ਤੁਸੀਂ ਜਿਵੇਂ ਤੁਸੀਂ ਕੁਆਲੀਫਾਈ ਨਹੀਂ ਕਰ ਰਹੇ ਉਨੀ ਮੋਰਗੇਜ ਜਿੰਨੀ ਤੁਸੀਂ ਲੈ ਰਹੇ ਹੋ, ਸੋ ਕੋਸਾਈਨਰ ਦੀ ਇਨਕਮ ਨਾਲ ਲੈ ਕੇ ਆਪਾਂ ਕੁਆਲੀਫਾਈ ਹੋ ਰਹੇ ਹਾਂ ਵੀ ਕੋਸਾਈਨਰ ਗਰੰਟੀ ਕਰ ਰਿਹਾ ਵਾ ਨਾਲ ਵੀ ਪੇਮੈਂਟਾਂ ਰੈਗੂਲਰ ਜਾਣਗੀਆਂ, ਵੀ ਅਸੀਂ ਅਫੋਰਡ ਕਰ ਸਕਦੇ ਹਾਂ ਉਨੀ ਪੇਮੈਂਟ। ਪਰ ਜੇ ਕੱਲ ਨੂੰ ਜਿਹੜਾ ਬੰਦਾ ਦੂਸਰਾ ਜਿਹੜਾ ਫਸਟ ਪਰਸਨ ਆ, ਮੇਨ ਤਾਂ ਪੇਮੈਂਟ ਉਹਨੇ ਨਾਲ ਦੇਣੀ ਆ, ਕੋਸਾਈਨਰ ਨਾਲ ਉਹ ਐਜ਼ ਐਡ ਕੀਤਾ ਵੀ ਕੁਆਲੀਫਾਈ ਹੋ ਸਕੇ। ਜੇ ਉਹ ਪੇਮੈਂਟ ਮਿਸ ਕਰਦਾ ਤਾਂ 100% ਉਹੀ ਇਫੈਕਟ ਸਾਰਾ ਉਹਦੇ ਕ੍ਰੈਡਿਟ ਤੇ ਕੋਸਾਈਨਰ ਤੇ ਵੀ ਜਾਂਦਾ ਵਾ।
ਕੋ ਸਾਈਨਰ ਦਾ ਕ੍ਰੈਡਿਟ ਵੀ ਉਸੇ ਤਰ੍ਹਾਂ ਬੈਡ ਹੁੰਦਾ, ਪਰ ਉਹ ਕਿਉਂਕਿ ਉਹ ਲਾਇਬਲ ਆ ਉਸੇ ਉਨੀ ਮੋਰਗੇਜ ਦੇ। ਜੀ ਹਾਂਜੀ। ਤੇ ਜਦੋਂ ਅਸੀਂ ਕਹਿੰਦੇ ਆ ਕਈ ਲੋਕ ਪ੍ਰਾਈਵੇਟ ਵੀ ਮਾਰਗੇਜ ਕਰਾਉਂਦੇ ਹੈਗੇ ਆ, ਪਰ ਕਈ ਵਾਰੀ ਇੰਟਰਸਟ ਰੇਟ ਡਾਊਨ ਹੋ ਜਾਂਦੇ ਹੈਗੇ ਆ, ਸੋ ਓਪਨ ਮਾਰਗੇਜ ਲੋਕੀ ਜ਼ਿਆਦਾ ਕਰਾਉਣੀਆਂ ਪਸੰਦ ਕਰਦੇ ਆ ਕਿ ਜਾਂ ਲੌਕ ਕਰ ਲੈਂਦੇ, ਟਰਮਸ ਹੁੰਦੀਆਂ ਵੀ ਇਹ 2 ਸਾਲ ਲਈ ਹੋਗੀ ਜਾਂ 3 ਸਾਲ ਲਈ ਜਾਂ 5 ਸਾਲ ਲਈ ਕਰ ਲਈ, ਸੋ ਬੈਸਟ ਕਿਹੜੀ ਰਹਿੰਦੀ, ਓਪਨ ਜਾਂ ਲੌਕ ਕਰ ਲੈਣੀ ਚਾਹੀਦੀ? ਇਹ ਚੀਜ਼ ਭੈਣ ਜੀ ਅਸੀਂ ਨਾ ਕਲਾਇੰਟ ਦੀ ਸਿਚੁਏਸ਼ਨ ਤੇ ਕਲਾਇੰਟ ਨੂੰ ਐਕਸਪਲੇਨ ਕਰਦੇ ਆ। ਕਈ ਕਲਾਇੰਟਸ ਹੁੰਦੇ ਆ ਵੀ ਹਾਂ ਮੈਂ ਘਰ ਲੈ ਲਿਆ, ਮੈਂ ਨਹੀਂ ਮੂਵ ਹੋਣਾ ਇੱਥੋਂ 5 ਸਾਲ, ਮੈਂ ਇੱਥੇ ਹੀ ਰਹਿਣਾ। ਅਸੀਂ ਉਹਨੂੰ ਐਡਵਾਈਜ਼ ਕਰਦੇ ਆ ਵੀ ਤੁਹਾਡੇ ਲਈ ਫਿਕਸ ਰੇਟ ਵਧੀਆ ਰਹੂਗਾ ਜਾਂ ਵੇਰੀਏਬਲ ਰੇਟ ਘੱਟ ਆ, ਤੁਸੀਂ ਇਹ ਲੈ ਲਓ। ਕਈ ਕਲਾਇੰਟਸ ਰਿਸਕ ਨਹੀਂ ਲੈ ਸਕਦੇ, ਬਿਲਕੁਲ ਵੀ ਸਟ੍ਰੈਸ ਨਹੀਂ ਲੈ ਸਕਦੇ, ਸੋ ਉਹਨਾਂ ਲਈ ਫਿਕਸ ਰੇਟ ਮਾਰਗੇਜ ਵਧੀਆ। ਕਈ ਕਲਾਇੰਟਸ ਹੁੰਦੇ ਆ ਵੀ ਜਾਂ ਮੈਂ 2 ਸਾਲ ਨੂੰ ਫਲਿੱਪ ਕਰ ਦੂੰਗਾ, 1.5 ਸਾਲ ਨੂੰ ਫਲਿੱਪ ਕਰ ਦੂੰਗਾ, ਜਾਂ ਵੀ ਮੈਂ ਹੋਰ ਵੱਡਾ ਘਰ ਲੈ ਲੈਣਾ, 3 ਸਾਲ ਰਹਿ ਕੇ ਹੋਰ ਵੱਡਾ ਘਰ ਲੈਣਾ। ਫਿਰ ਉਹਨਾਂ ਨੂੰ ਵੇਰੀਏਬਲ ਰੇਟ ਅਸੀਂ ਮਾਰਗੇਜ ਐਡਵਾਈਜ਼ ਕਰਦੇ ਹਾਂ, ਕਿਉਂਕਿ ਜਿਹੜੀ ਪੈਨਲਟੀ ਹੁੰਦੀ ਹੈ ਬੈਂਕ ਦੀ, ਉਹ ਪੈਨਲਟੀ ਦਾ ਡਿਫਰੈਂਸ ਬਹੁਤ ਜ਼ਿਆਦਾ ਹੁੰਦਾ ਫਿਕਸਡ ਰੇਟ ਤੇ ਵੇਰੀਏਬਲ ਰੇਟ ਤੇ। ਸੋ ਇਹ ਚੀਜ਼ ਡਿਪੈਂਡ ਕਰਦੀ ਹੈ ਜੀ ਕਲਾਇੰਟ ਟੂ ਕਲਾਇੰਟ ਤੇ, ਵੀ ਕਲਾਇੰਟ ਕੀ ਚਾਹੁੰਦਾ, ਕਲਾਇੰਟ ਨੂੰ ਕੀ ਚੀਜ਼ ਵਧੀਆ। ਜਿਹੜਾ ਤੁਹਾਡਾ ਇਹ ਕੁਐਸਚਨ ਸੀ ਵੀ ਵਧੀਆ ਕਿਹੜੀ ਚੀਜ਼ ਆ, ਦੋਨੇ ਵਧੀਆ ਨੇ ਭੈਣ ਜੀ। ਹੁਣ ਇਹ ਕਲਾਇੰਟ ਦੀ ਚੁਆਇਸ ਤੇ ਆ ਜਾਂਦੇ ਵੀ ਕਲਾਇੰਟ ਕੀ ਚਾਹੁੰਦਾ। ਜੇ ਤਾਂ ਕਲਾਇੰਟ ਚਾਹੁੰਦਾ ਯਾਰ ਮੈਂ ਟੈਨਸ਼ਨ ਨਹੀਂ ਲੈਣੀ ਵੀ ਮੇਰਾ ਰੇਟ ਨਹੀਂ ਵਧਣਾ ਚਾਹੀਦਾ, ਨਾ ਹੀ ਮੇਰੀ ਪੇਮੈਂਟ ਚੇਂਜ ਹੋਣੀ ਚਾਹੀਦੀ ਆ, ਉਹਦੇ ਲਈ ਫਿਕਸਡ ਵਧੀਆ। ਜਿਹੜਾ ਕੋਈ ਕਲਾਇੰਟ ਕਹਿੰਦਾ ਯਾਰ ਕੋਈ ਗੱਲ ਨਹੀਂ ਮੇਰੀ 200 100 150 ਡਾਲਰ ਪੇਮੈਂਟ ਵੱਧਦੀ ਆ, ਡਜ਼ਨਟ ਮੈਟਰ, ਮੈਨੂੰ ਅੱਜ ਰੇਟ ਘੱਟ ਮਿਲਦਾ ਵੇਰੀਏਬਲ, ਤਾਂ ਮੈਂ ਵੇਰੀਏਬਲ ਤੇ ਜਾਊਂਗਾ, ਫਿਰ ਉਹਦੇ ਲਈ ਵੇਰੀਏਬਲ ਵਧੀਆ, ਕਿਉਂਕਿ ਫਿਕਸ ਰੇਟ ਜ਼ਿਆਦੇ ਆ, ਵੇਰੀਏਬਲ ਘੱਟ ਆ। ਅੱਜ ਤੋਂ 6 ਮਹੀਨੇ ਪਹਿਲਾਂ ਵੇਰੀਏਬਲ ਜ਼ਿਆਦੇ ਸੀ, ਫਿਕਸਡ ਘੱਟ ਸੀਗਾ। ਉਸ ਤੋਂ ਪਹਿਲਾਂ ਵੇਰੀਏਬਲ ਘੱਟ ਸੀ, ਫਿਕਸਡ ਜ਼ਿਆਦੇ ਸੀ। ਸੋ ਟਾਈਮ ਟੂ ਟਾਈਮ ਇਹ ਚੇਂਜਸ ਆਉਂਦੀਆਂ ਰਹਿੰਦੀਆਂ ਨੇ। ਜਦੋਂ ਦਾ ਮੈਂ 2015 ਦਾ ਮਾਰਗੇਜ ਬ੍ਰੋਕਰਿੰਗ ਸ਼ੁਰੂ ਕੀਤੀ ਹੈ ਜੀ, ਮੈਂ ਕਦੇ ਰੂਲਸ ਈਜ਼ੀ ਹੁੰਦੇ ਨਹੀਂ ਦੇਖੇ, ਹਾਰਡ ਹੀ ਹੋ ਰਹੇ ਆ। ਸੋ ਇਦਾਂ ਫਿਰ ਡੇਲੀ ਬੇਸਿਸ ਤੇ ਤੁਹਾਨੂੰ ਵੀ ਐਕਸਪੀਰੀਅੰਸ ਆਈ ਜਾਂਦਾ ਕਲਾਇੰਟ ਟੂ ਕਲਾਇੰਟ ਨੂੰ। ਜਦੋਂ ਤੁਸੀਂ ਐਵਰੀ ਡੀਲ ਇਜ਼ ਅ ਡਿਫਰੈਂਟ ਡੀਲ, ਤੁਹਾਨੂੰ ਨਵੀਂ ਚੀਜ਼ ਸਿਖਾ ਕੇ ਜਾਂਦੀ ਹੈ। ਸੋ ਇਹ ਚੀਜ਼ ਅਸੀਂ ਕਲਾਇੰਟ ਟੂ ਕਲਾਇੰਟ ਹੀ ਡਿਸਾਈਡ ਕਰਦੇ ਹਾਂ ਵੀ ਆਹ ਕਲਾਇੰਟ ਲਈ ਕਿਹੜੀ ਚੀਜ਼ ਵਧੀਆ ਰਹੂਗੀ। ਸਿਚੁਏਸ਼ਨ ਦੇਖਦੇ ਕਿ ਉਹ ਕਿਵੇਂ ਹੈਂਡਲ ਕਰ ਸਕਦੇ ਆ, ਉਹਨਾਂ ਦੀ ਸੋਚ ਕਿਵੇਂ ਦੀ ਆ, ਉਹਨਾਂ ਨੇ ਕੀ ਕਰਨਾ। ਔਰ ਅਸ਼ਵਿੰਦਰ ਜੀ, ਜਦੋਂ ਅਸੀਂ ਗੱਲ ਕਰਦੇ ਆ ਕਿ ਫਸਟ ਟਾਈਮ ਬਾਇਰ, ਘਰ ਲੈਣਾ ਇੱਕ ਬਹੁਤ ਵੱਡਾ ਸੁਪਨਾ ਆ ਲੋਕਾਂ ਦਾ, ਇਹਨਾਂ ਮੁਲਕਾਂ 'ਚ ਆ ਕੇ ਲੈਣਾ ਆ। ਹਰ ਕੋਈ ਚਾਹੁੰਦਾ ਮੇਰਾ ਆਪਣਾ ਘਰ ਹੋਵੇ ਇੱਥੇ, ਔਰ ਲੈਣਾ ਬਹੁਤ ਔਖਾ। ਪਹਿਲਾਂ ਬੜਾ ਸੌਖਾ ਸੀ ਘਰ ਲੈਣਾ, ਕਿ ਲੋਕੀ 2 4 5 ਸਾਲ ਬਾਅਦ ਘਰ ਲੈ ਲੈਂਦੇ ਸੀ, ਪਰ ਹੁਣ ਬਹੁਤ ਜ਼ਿਆਦੀਆਂ ਕੰਡੀਸ਼ਨਸ ਆ ਬੈਂਕਾਂ ਵੱਲੋਂ ਵੀ ਦਿੱਤੀਆਂ ਜਾਂਦੀਆਂ, ਇਨਕਮ ਨਹੀਂ ਪੂਰੀ ਹੁੰਦੀ, ਟੈਕਸ ਬਹੁਤ ਹੁੰਦੇ, ਬਹੁਤ ਕੁਝ ਲੋਕਾਂ ਦੀਆਂ। ਸੋ ਜਿਹੜੇ ਹੁਣ ਗਵਰਨਮੈਂਟ ਵੱਲੋਂ ਦਿੱਤੇ ਜਾਂਦੀਆਂ ਸਹੂਲਤਾਂ, ਉਹਦੇ ਵਿੱਚ ਕਿੰਨੀ ਕੁ ਰਿਆਇਤ ਆ, ਕਿੰਨਾ ਕੁ ਫਸਟ ਟਾਈਮ ਬਾਇਰ ਨੂੰ ਗਵਰਨਮੈਂਟ ਵੱਲੋਂ ਹੈਲਪ ਮਿਲਦੀ ਆ, ਕਿੰਨਾ ਕੁ ਬੈਂਕਾਂ ਨੇ ਉਹਨਾਂ ਦੇ ਲਈ ਰਿਆਇਤ ਕੀਤਾ, ਇਹੋ ਜਿਹਾ ਕੁਝ ਸਾਨੂੰ ਦੱਸੋਗੇ ਜੀ? ਹਾਂਜੀ ਭੈਣ ਜੀ, ਜਿਹੜਾ ਘਰ ਲੈਣਾ ਹਰੇਕ ਦਾ ਸੁਪਨਾ, ਜਿਵੇਂ ਸਭ ਤੋਂ ਵੱਡੀ ਇਨਵੈਸਟਮੈਂਟ ਆ ਆਪਣੀ ਲਾਈਫ ਦੀ, ਸਭ ਤੋਂ ਵੱਡੀ। ਤੇ ਜਿਹੜੇ ਫਸਟ ਟਾਈਮ ਬਾਇਰਸ ਲਈ ਆ, ਬੈਂਕ ਇੱਕ ਤਾਂ ਗਵਰਨਮੈਂਟ ਵੱਲੋਂ ਇਹ ਆ ਵੀ ਜਿਹੜਾ ਬੰਦਾ 5 ਲੱਖ ਤੋਂ ਘੱਟ ਦਾ ਘਰ ਲੈ ਰਿਹਾ, ਉਹਨੂੰ ਪ੍ਰਾਪਰਟੀ ਟ੍ਰਾਂਸਫਰ ਟੈਕਸ ਨਹੀਂ ਲੱਗਦਾ, ਜੋ ਕਿ 5 ਲੱਖ ਤੇ 8000 ਡਾਲਰ ਹੁੰਦਾ ਵਾ। ਸੋ 8000 ਡਾਲਰ ਦੀ ਉਹਦੀ ਰਿਬੇਟ ਹੈਗੀ ਆ ਫਸਟ ਟਾਈਮ ਹੋਮ ਬਾਇਰ ਨੂੰ। ਇਹ ਤੋਂ ਬਿਨਾ ਹੋਰ ਨਹੀਂ ਕੋਈ ਰਿਬੇਟ ਹੈਗੀ ਫਸਟ ਟਾਈਮ ਬਾਇਰ ਨੂੰ। ਬਾਕੀ ਡਾਊਨ ਪੇਮੈਂਟ ਦਾ ਵਾ, ਡਾਊਨ ਪੇਮੈਂਟ ਚਾਹੇ 5% ਤੇ ਵੀ ਲੈ ਸਕਦਾ, 10 ਤੇ ਵੀ ਲੈ ਸਕਦਾ ਵਾ, ਇਹ ਫਰਕ ਹੈ ਜੀ, ਹੋਰ ਨਹੀਂ ਕੁਝ। ਜੀ। ਤੇ ਜਦੋਂ ਅਸੀਂ ਗੱਲ ਕਰਦੇ ਆ, ਕਈ ਲੋਕ ਦੇਖਦੇ ਰਹਿੰਦੇ ਆ, ਹਮੇਸ਼ਾ ਉਹਨਾਂ ਦਾ ਹੁੰਦਾ ਕਿ ਉਹਨਾਂ ਕੋਲ ਸੇਵਿੰਗ ਵੀ ਹੁੰਦੀ ਆ, ਪੈਸੇ ਹੁੰਦੇ ਉਹਨਾਂ ਨੇ ਰੱਖੇ ਹੁੰਦੇ ਆ, ਪਰ ਉਹ ਸਹੀ ਟਾਈਮ ਉਡੀਕਦੇ ਰਹਿੰਦੇ। ਜਿਵੇਂ ਹੁਣ ਪਿੱਛੇ ਜੇ 2 4 ਸਾਲ ਪਹਿਲਾਂ ਦੀ ਜੇ ਅਸੀਂ ਗੱਲ ਕਰੀਏ, ਮਾਰਕੀਟ ਇੱਕਦਮ ਡਾਊਨ ਗਈ ਸੀ ਤੇ ਬਹੁਤ ਸਾਰੇ ਲੋਕਾਂ ਨੇ ਘਰ ਲੈ ਲਏ। ਉਸ ਤੋਂ ਬਾਅਦ ਇੱਕਦਮ ਮਾਰਕੀਟ ਅਪ ਚਲੇ ਗਈ, ਕਈਆਂ ਨੇ ਉਹਨਾਂ ਨੂੰ ਵੇਚ ਦਿੱਤਾ, ਉਹ ਕਈਆਂ ਨੇ ਵੇਚ ਤਾਂ ਲਏ ਪਰ ਅੱਗੋਂ ਉਹਨਾਂ ਨੂੰ ਉਸ ਰੇਂਜ ਦੇ ਘਰ ਨਹੀਂ ਮਿਲੇ, ਸੋ ਉਹਨਾਂ ਨੇ ਉਹ ਪੈਸੇ ਹੋਲਡ ਕਰਕੇ ਬੈਠੇ ਆ। ਹੁਣ ਮੈਂ ਬਹੁਤ ਸਾਰੇ ਲੋਕਾਂ ਦੀ ਸੋਚ ਦੇਖਦੀ ਆ, ਜਦੋਂ ਅਸੀਂ ਆਮ ਕਮਿਊਨਿਟੀ 'ਚ ਮਿਲਦੇ ਰਹਿੰਦਾ, ਲੋਕੀ ਸੋਚਦੇ ਆ ਕਿ ਕੋਵਿਡ-19 ਤੋਂ ਬਾਅਦ ਮਾਰਕੀਟ ਦੇ ਵਿੱਚ ਬਹੁਤ ਕੁਝ ਹੋਣ ਵਾਲਾ ਆ, ਸੋ ਕਈ ਲੋਕ ਤਿਆਰ ਬੈਠੇ ਆ ਵੀ ਅਸੀਂ ਘਰ ਲੈਣਾ ਆ। ਸੋ ਤੁਹਾਨੂੰ ਕੀ ਲੱਗਦਾ ਇਹੋ ਜਿਹਾ ਕੁਝ ਹੋਣ ਵਾਲਾ ਹੈਗਾ? ਇਹਦੇ 'ਚ ਮੈਂ ਤੁਹਾਨੂੰ ਕਲੀਅਰ ਕਰਦਾ, ਬਹੁਤ ਘੱਟ ਉਮੀਦ ਆ ਵੀ ਪ੍ਰਾਈਜ਼ਾਂ ਥੱਲੇ ਜਾਣਗੀਆਂ। ਇਹ ਮੇਰੀ ਪਰਸਨਲ ਰਾਏ ਆ, ਮੈਂ ਮੇਬੀ ਗਲਤ ਵੀ ਹੋ ਸਕਦਾ, ਪਰ ਮੇਰੀ ਪਰਸਨਲ ਰਾਏ ਆ ਵੀ ਇਹ ਪ੍ਰਾਈਜ਼ਾਂ ਥੱਲੇ ਨਹੀਂ ਜਾਣੀਆਂ। ਇਹਦੇ ਵਿੱਚ ਰੀਜ਼ਨ ਕੀ ਹੈ, ਐਵਰਸਫੋਰਡ ਦੇ ਵਿੱਚ ਲੇਟਲੀ ਦੇਖ ਰਿਹਾ, ਕਿਉਂਕਿ ਕੋਵਿਡ-19 ਮਾਰਚ 15-20 ਤੋਂ ਸਟਾਰਟ ਹੋਇਆ, ਅੱਜ ਵੀ ਐਵਰਸਫੋਰਡ ਦੇ ਵਿੱਚ ਹੀ ਰਾਈਟ ਪ੍ਰਾਈਸ ਤੇ ਪ੍ਰਾਪਰਟੀਆਂ ਸਰੀ ਦੇ ਵਿੱਚ ਵੀ ਵਿਕ ਰਹੀਆਂ ਨੇ। ਕਿਉਂ ਵਿਕ ਰਹੀਆਂ ਨੇ? ਕਿਉਂਕਿ ਲੋਕਾਂ ਨੂੰ ਵੀ ਪਤਾ ਹੈਗਾ ਵੀ ਕਈ ਲੋਕ ਬੈਠੇ ਆ, ਤੁਹਾਡੀ ਗੱਲ ਸੱਚ ਹੈ ਵੀ ਪ੍ਰਾਈਜ਼ਾਂ ਥੱਲੇ ਜਾਣਗੀਆਂ। ਅਗੇਨ ਜਿਹੜਾ ਮੈਂ ਪਹਿਲਾਂ ਮੈਂਸ਼ਨ ਕੀਤਾ ਸੀ ਕਿ ਆਪਣੀ ਇਕਨੋਮੀ ਇਮੀਗ੍ਰੇਸ਼ਨ ਬੇਸਡ ਹੈ, ਬਹੁਤੇ ਲੋਕੀ ਇੱਥੇ ਬੈਠੇ ਆ ਜਿਨ੍ਹਾਂ ਨੇ ਹਲੇ ਘਰ ਲੈਣਾ, ਬਾਇਰਸ ਬਹੁਤ ਜ਼ਿਆਦਾ ਆ ਮਾਰਕੀਟ 'ਚ ਤੇ ਇਨਵੈਂਟਰੀ ਉਨੀ ਜ਼ਿਆਦਾ ਨਹੀਂ ਹੈਗੀ।
ਕਿਉਂਕਿ ਨਵੇਂ ਘਰਾਂ ਦੇ ਪਰਮਿਟਾਂ ਨੂੰ ਬਹੁਤ ਟਾਈਮ ਲੱਗ ਰਿਹਾ, ਲਾਈਕ ਅਪਾਰਟਮੈਂਟਸ ਇੰਨੀਆਂ ਜ਼ਿਆਦਾ ਬਣ ਰਹੀਆਂ ਨੇ। ਸੋ ਮੇਰੇ ਖਿਆਲ ਦੇ ਵਿੱਚ ਪਰਸਨਲ ਐਡਵਾਈਸ ਆ, ਬਾਕੀ ਜਿੱਦਾਂ ਜਿੱਦਾਂ ਟਾਈਮ ਬਿੱਤੂਗਾ ਪਤਾ ਲੱਗੂਗਾ। ਸਾਨੂੰ ਨਹੀਂ ਲੱਗਦਾ ਕਿ ਮਾਰਕੀਟ ਨੂੰ ਇੰਨਾ ਜ਼ਿਆਦਾ ਇਫੈਕਟ ਪਊਗਾ। ਪੈ ਵੀ ਸਕਦਾ, ਜੇ ਦੇਖੀਏ 5-10% ਪੈ ਵੀ ਸਕਦਾ, ਪਰ ਜ਼ਿਆਦਾ ਨਹੀਂ ਪੈਂਦਾ, ਜ਼ਿਆਦਾ ਇਫੈਕਟ ਨਹੀਂ ਪਊਗਾ। ਤੇ ਅਸ਼ਵਿੰਦਰ ਜੀ, ਕਿੰਨਾ ਕੁ ਫਰਕ ਪਿਆ ਤੁਹਾਨੂੰ ਬਿਜ਼ਨਸ ਦੇ ਵਿੱਚ ਕੋਵਿਡ-19 ਦੇ ਕਰਕੇ? ਕੀ ਤੁਹਾਡੀ ਰੂਟੀਨ ਜਿਹੜਾ ਬਿਜ਼ਨਸ ਪਹਿਲਾਂ ਚੱਲਦਾ ਸੀ, ਕੁਝ ਉਹਦੇ ਗ੍ਰਾਫ ਡਾਊਨ ਹੋਏ? ਬਿਲਕੁਲ ਹੋਇਆ ਜੀ, ਕਿ ਕੋਵਿਡ-19 ਕਰਕੇ ਸਾਰੀ ਇੰਡਸਟਰੀ, ਸਾਰੀ ਵਰਲਡ 'ਚ ਹੀ ਸਾਰੇ ਕਿਤੇ ਇਫੈਕਟ ਪਿਆ ਵਾ। ਸੋ ਮੋਰਗੇਜ ਇੰਡਸਟਰੀ ਤੇ ਵੀ ਤੇ ਰੀਅਲ ਸਟੇਟ ਤੇ ਵੀ ਫਰਕ ਪਿਆ ਵਾ। ਲੋਕ ਕੀ ਹਜੇ ਬੈਠ ਕੇ ਦੇਖ ਰਹੇ ਨੇ ਵੀ, ਕਿਉਂਕਿ ਅਨਐਕਸਪੈਕਟਡ ਚੀਜ਼ ਸੀ ਇਹ ਸਾਰੇ, ਕਿ ਕਿਸੇ ਨੂੰ ਵੀ ਪਤਾ ਨਹੀਂ ਸੀ ਵੀ ਕੀ ਆ ਰਹੀ। ਤੇ ਦੂਸਰਾ ਇਹ ਵੀ ਆ ਵੀ ਕਦੋਂ ਜਾਊਗੀ ਹਜੇ, ਪਰ ਇਹਦਾ ਵੀ ਹਜੇ 6 ਮਹੀਨੇ ਚੱਲ ਰਹੀ ਆ, 2 ਮਹੀਨੇ 'ਚ ਹੋ ਜਾਂਦੀ ਆ। ਜੇ ਦਵਾਈ ਇਹਦੀ ਮੈਡੀਸਨ ਲੱਭ ਜਾਂਦੀ ਆ ਤਾਂ ਹੋ ਵੀ ਸਕਦੀ ਛੇਤੀ। ਉਹਦੇ ਕਰਕੇ ਲੋਕ ਕੀ ਬੈਠ ਕੇ ਇੱਕਦਮ ਜੇਬਾਂ ਤੇ ਹੱਥ ਰੱਖ ਕੇ ਵੀ ਪੈਸੇ ਹੈਗੇ ਆ, ਪਰ ਹਜੇ ਕੱਢਣੇ ਨਹੀਂ, ਹਜੇ ਵੇਟ ਐਂਡ ਵਾਚ। ਸੋ ਉਹ ਕਰ ਰਹੇ ਆ। ਪਰ ਮੇਰੀ ਉਮੀਦ ਆ ਵੀ ਜਦੋਂ ਜੇ ਇਹ ਕੋਵਿਡ-19 ਦਾ ਜਿਹੜਾ ਹੈਗਾ ਤੁਹਾਡਾ ਜੋ ਵੀ ਠੀਕ ਹੋ ਗਿਆ, ਪਰ ਉਸ ਤੋਂ ਬਾਅਦ ਮਾਰਕੀਟ ਪਿਕਅਪ ਹੋਊਗੀ ਜਿੱਥੇ ਤੱਕ। ਜੀ ਬਿਲਕੁਲ ਜੀ, ਬਹੁਤ ਸਾਰੀਆਂ ਹੱਲੇ ਤੁਹਾਡੇ ਕੋਲੋਂ ਅਸੀਂ ਟਰੱਕਿੰਗ ਇੰਡਸਟਰੀ ਦੀਆਂ ਵੀ ਗੱਲਾਂ ਜਾਣਨੀਆਂ, ਪਰ ਸਾਡਾ ਸਮਾਂ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ, ਪਰ ਤੁਸੀਂ ਕਿਤੇ ਨਹੀਂ ਜਾਣਾ, ਦੇਖਦੇ ਰਹੋ ਤੁਹਾਡਾ ਆਪਣਾ ਖਾਸ ਮੁਲਾਕਾਤ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਸ਼ੋਅ ਖਾਸ ਮੁਲਾਕਾਤ ਵਿੱਚ। ਤੇ ਖਾਸ ਮਹਿਮਾਨ ਸਾਡੇ ਸਟੂਡੀਓ 'ਚ ਅੱਜ ਆਏ ਹੋਏ ਨੇ, ਤੁਸੀਂ ਸਾਰੇ ਇਹਨਾਂ ਨੂੰ ਬਾਖੂਬ ਜਾਣਦੇ ਹੋ। ਸੋ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਆ, ਤੇ ਘਰ ਲੈਣਾ ਹਰ ਇੱਕ ਦਾ ਸੁਪਨਾ ਆ ਕਿ ਸਾਡੇ ਕੋਲ ਸਾਡਾ ਆਪਣਾ ਘਰ ਹੋਵੇ। ਪਰ ਘਰ ਲੈਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ, ਜ਼ਰੂਰੀ ਗੱਲਾਂ ਆ ਜਿਹੜੀਆਂ ਅੱਜ ਅਸੀਂ ਡਿਸਕਸ ਕਰ ਰਹੇ ਹਾਂ। ਸੋ ਆਓ ਜੀ, ਫਿਰ ਅਸੀਂ ਜੀ ਆਇਆਂ ਕਹਿੰਦੇ ਆ ਸਾਡੇ ਮਹਿਮਾਨਾਂ ਨੂੰ। ਸੋ ਵਿਕਰਮ ਜੀ, ਬਹੁਤ ਸਾਰੀਆਂ ਅਸੀਂ ਗੱਲਾਂ ਕੀਤੀਆਂ, ਜਿਵੇਂ ਘਰ ਮੌਰਗੇਜ ਦੀਆਂ ਗੱਲਾਂ ਕੀਤੀਆਂ, ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ। ਕਈ ਵਾਰੀ ਕਈ ਕਲਾਇੰਟ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਜਿਨ੍ਹਾਂ ਕੋਲ ਸੇਵਿੰਗ ਹੁੰਦੀ ਆ, ਔਰ ਉਹ ਸੋਚਦੇ ਕਿ ਅਸੀਂ ਇੰਨਾ ਕੁ ਡਾਊਨ ਦੇ ਕੇ ਉਹ ਆਪਣੀ ਕਹਿ ਲਓ ਕਿ ਜਿੰਨਾ ਉਹਨਾਂ ਨੂੰ ਚਾਹੀਦਾ ਉਹ ਤੋਂ ਜ਼ਿਆਦਾ ਮਹਿੰਗਾ ਘਰ ਲੈ ਲੈਂਦੇ ਆ, ਤੇ ਬਾਅਦ ਵਿੱਚ ਉਹਨਾਂ ਨੂੰ ਬੜੀਆਂ ਸਾਰੀਆਂ ਇਹੋ ਜਿਹੀਆਂ ਹੁੰਦੀਆਂ ਕੰਪਲਿਕੇਸ਼ਨਸ ਕਿ ਉਹ ਅਫੋਰਡ ਨਹੀਂ ਕਰ ਪਾਉਂਦੇ। ਸੋ ਇਹੋ ਜਿਹੇ ਕਲਾਇੰਟਸ ਦੇ ਨਾਲ ਫਿਰ ਬਾਅਦ ਵਿੱਚ ਉਹਨਾਂ ਨੂੰ ਕਿਹੋ ਜਿਹੀਆਂ ਮੁਸ਼ਕਲਾਂ ਆਉਂਦੀਆਂ ਤੇ ਕਿਵੇਂ ਬੈਂਕ ਦੇ ਨਾਲ ਉਹ ਡੀਲ ਕਰਦੇ ਆ? ਭੈਣ ਜੀ, ਤੁਹਾਡਾ ਕੁਐਸਚਨ ਸਹੀ ਆ। ਸਾਨੂੰ ਆਪਣੇ ਨਾ ਪੰਜਾਬੀਆਂ ਦੀ ਇੱਕ ਆਦਤ ਹੈ, ਪੰਜਾਬੀਆਂ ਦੀ ਨਹੀਂ ਕਹਿੰਦਾ, ਕਈ ਨਾਟ ਮੈਂ ਸਪੈਸ਼ਲ ਕਮਿਊਨਿਟੀ ਨੂੰ ਨਹੀਂ ਕਹਿੰਦਾ, ਕਈਆਂ ਨੂੰ ਹੁੰਦਾ ਵੀ ਯਾਰ ਜਿੰਨਾ ਅਫੋਰਡ ਕਰਦੇ ਉਹ ਤੋਂ ਵੱਡਾ ਘਰ ਲੈ ਲਿਆ, ਦੇਖ ਦੇ ਵਿੱਚ ਵੀ ਉਹ ਮੇਰੇ ਭਰਾ ਨੇ ਵੱਡਾ ਲੈ ਲਿਆ ਮੈਂ ਵੀ ਵੱਡਾ ਲੈ ਲਾਂ, ਜਾਂ ਮੇਰੀ ਦਰਾਣੀ ਜਠਾਣੀ ਨੇ ਵੱਡਾ ਲੈ ਲਿਆ ਅਸੀਂ ਵੀ ਵੱਡਾ ਲੈ ਲਿਆ, ਕੰਪੀਟੀਸ਼ਨ ਦੇ ਵਿੱਚ, ਹੈ ਨਾ। ਆਪਦੀ ਜੇਬ ਨਹੀਂ ਅਲਾਉ ਕਰਦੀ ਹੁੰਦੀ। ਫਿਰ ਭੈਣ ਜੀ ਉਹਨਾਂ ਕਲਾਇੰਟਸ ਲਈ ਬਹੁਤ ਹਾਰਡ ਹੁੰਦਾ, ਕਿਉਂਕਿ ਵਿਚਾਰੇ ਫਿਰ ਘਰੇ ਸੌਣ ਜੋਗੇ ਤਾਂ ਰਹਿੰਦੇ ਨਹੀਂ, ਕੰਮਾਂ 'ਤੇ ਹੀ ਰਹਿੰਦੇ ਆ, ਪੇਮੈਂਟਸ ਦੇਣੀਆਂ ਹੁੰਦੀਆਂ ਨੇ, ਪੇਮੈਂਟਸ ਹਾਰਡ ਹੋ ਜਾਂਦੀਆਂ ਨੇ। ਪਰ ਅਗੇਨ ਜਿਹੜਾ ਹੁਣ ਸਟ੍ਰੈਸ ਟੈਸਟ ਲਾਇਆ ਬੈਂਕਾਂ ਨੂੰ, ਇਸੇ ਰੀਜ਼ਨ ਕਰਕੇ ਲਾਇਆ ਵੀ ਕੁਆਲੀਫਿਕੇਸ਼ਨ ਬੈਂਕਾਂ ਨੇ ਹੋਰ ਹਾਰਡ ਕਰਤੀ, ਤਾਂ ਕਿ ਬੰਦੇ ਆਪਦਾ ਘਰ ਈਜ਼ੀਲੀ ਅਫੋਰਡ ਕਰ ਸਕਣ, ਵੀ ਜਿੰਨਾ ਕੋ ਕਮਾਉਂਦੇ ਆ ਉਹਦੇ ਹਿਸਾਬ ਦੇ ਵਿੱਚ ਆਪਦਾ ਘਰ ਵਧੀਆ ਰਨ ਕਰ ਸਕਣ। ਅਸੀਂ ਭੈਣ ਜੀ, ਸਾਡੇ ਵੱਲੋਂ ਆਲਵੇਜ਼ ਇਹ ਐਡਵਾਈਸ ਹੁੰਦੀ ਹੈ, ਜਦੋਂ ਕਲਾਇੰਟ ਸਾਨੂੰ ਪਹਿਲੀ ਮੀਟਿੰਗ 'ਚ ਮਿਲਣ ਆਉਂਦਾ, ਅਸੀਂ ਉਹਨੂੰ ਕੈਲਕੂਲੇਟ ਕਰਕੇ ਦੱਸਦੇ ਹਾਂ, ਵੀਰ ਜੀ ਤੁਸੀਂ ਇੱਥੇ ਕੁ ਤੱਕ ਹੀ ਅਫੋਰਡ ਕਰਦੇ ਹੋ, ਇਸ ਤੋਂ ਵੱਡਾ ਘਰ ਤੁਸੀਂ ਨਾ ਜਾਓ ਤਾਂ ਵਧੀਆ। ਪਰ ਸਮਟਾਈਮਸ ਆਪਣੀ ਮਾਰਕੀਟ ਦੇ ਵਿੱਚ ਕੰਡੀਸ਼ਨਸ ਇਦਾਂ ਆ ਜਾਂਦੀਆਂ ਨੇ ਵੀ ਉਹ ਘਰ ਹੀ ਨਹੀਂ ਮਿਲਦਾ ਉਸ ਰੇਂਜ ਦੇ ਵਿੱਚ ਜਿੱਥੇ ਤੱਕ ਉਹ ਕੁਆਲੀਫਾਈ ਕਰਦੇ ਹੁੰਦੇ ਨੇ। ਫਿਰ ਅਗੇਨ ਉਹੀ ਸਿਚੁਏਸ਼ਨਸ ਆਉਂਦੀਆਂ ਨੇ ਵੀ ਗਰੰਟਰ ਲਿਆਓ ਜੀ, ਡਾਊਨ ਪੇਮੈਂਟ ਵਧਾਓ ਜੀ, ਪਰ ਉਹ ਪ੍ਰੋਬਲਮਸ ਉਹਨਾਂ ਨੂੰ ਬਾਅਦ ਚੋਂ ਬਹੁਤ ਫੇਸ ਕਰਨੀਆਂ ਪੈਂਦੀਆਂ। ਜਦੋਂ ਇੱਕ ਵਾਰ ਮੌਰਗੇਜ ਤਾਂ ਹੋ ਜਾਂਦੀ ਹੈ, ਪਰ ਪੇਮੈਂਟ ਦੇਣ ਵੇਲੇ ਫਿਰ ਉਹਨਾਂ ਨੂੰ ਬਹੁਤ ਹਾਰਡ ਹੁੰਦੀ ਹੈ। ਔਨ ਦੀ ਅਦਰ ਹੈਂਡ ਜੇ ਇੱਕ ਗੱਲ ਕਹਾਂ, ਆਪਣੀ ਪਲੱਸ ਪੁਆਇੰਟ ਆਪਣੀ ਕਮਿਊਨਿਟੀ ਦਾ ਇਹ ਹੈ ਜੀ, ਆਪਾਂ ਜੁਆਇੰਟ ਫੈਮਲੀਆਂ 'ਚ ਰਹਿੰਦੇ ਆ ਜੀ, ਪੇਰੈਂਟਸ ਨਾਲ ਰਹਿੰਦੇ ਆ, ਬੱਚੇ ਨਾਲ ਰਹਿੰਦੇ ਆ, ਤੇ ਪੇਰੈਂਟਸ ਹੈਲਪ ਕਰ ਦਿੰਦੇ ਨੇ। ਤਾਂ ਆਪਣੀ ਕਮਿਊਨਿਟੀ ਦੇ ਵਿੱਚ ਇਹ ਪ੍ਰੋਬਲਮਸ ਬਹੁਤ ਰੇਅਰ ਨੇ ਵੀ ਘਰ ਲੈ ਲਿਆ ਤੇ ਪੇਮੈਂਟ ਨਹੀਂ ਚੱਲ ਰਹੀ, ਅਨਲੈਸ ਅੰਟਿਲ ਬੰਦੇ ਦੀ ਜੌਬ ਚਲੀ ਜਾਵੇ ਜਾਂ ਅਨਲੈਸ ਅੰਟਿਲ ਹੋਰ ਕੰਡੀਸ਼ਨਸ ਬਣ ਜਾਣ ਬੰਦੇ। ਅਦਰਵਾਈਜ਼ ਆਪਣੀ ਕਮਿਊਨਿਟੀ ਇਸ ਗੱਲੋਂ ਵਾਹਿਗੁਰੂ ਦੀ ਮਿਹਰ ਨਾਲ ਮੈਂ ਕਹਿ ਸਕਦਾ ਵੀ ਆਪਣੀ ਕਮਿਊਨਿਟੀ ਨੂੰ ਇਹ ਚੀਜ਼ ਦੀ ਪ੍ਰੋਬਲਮ ਬਹੁਤ ਘੱਟ ਹੁੰਦੀ ਹੈ ਵੀ ਉਹ ਬਾਅਦ ਚੋਂ ਪੇਮੈਂਟ ਨਾ ਦੇ ਸਕਣ ਜੀ। ਤੇ ਅਸ਼ਵਿੰਦਰ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਇਹ ਸਟ੍ਰੈਸ ਟੈਸਟ ਹੈ ਕੀ ਹੈ, ਇਹਦੇ ਬਾਰੇ ਥੋੜਾ ਜਿਹਾ ਖੋਲ ਕੇ ਦੱਸੋ, ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂਗਾ, ਉਹ ਸਿਰਫ ਇੰਨਾ ਹੀ ਜਾਣਦੇ ਆ ਵੀ ਬੈਂਕ ਵੱਲੋਂ ਇੱਕ ਸਟ੍ਰੈਸ ਟੈਸਟ ਹੁੰਦਾ ਆ, ਪਰ ਇਹ ਅਸਲ ਦੇ ਵਿੱਚ ਹੈ ਕੀ ਹੈ, ਕੀ ਇਹਦੀਆਂ ਗਾਈਡਲਾਈਨਸ ਜਾਂ ਕੀ ਬੈਂਕ ਇਹ ਸਟ੍ਰੈਸ ਟੈਸਟ ਦੇ ਵਿੱਚ ਹੁੰਦਾ ਹੈ ਬੈਂਕ ਵੱਲੋਂ? ਇਹ ਸਟ੍ਰੈਸ ਟੈਸਟ ਇਸ ਤਰ੍ਹਾਂ ਜੀ, ਜਿਵੇਂ ਆਪਣਾ ਹੁਣ ਅੱਜ ਕੱਲ ਜਿਹੜਾ ਰੇਟ ਮਿਲ ਰਿਹਾ, ਮੰਨ ਲਓ 2.45 ਵੇਰੀਏਬਲ ਰੇਟ ਅੱਜ ਕੱਲ ਜੋ ਚੱਲ ਰਿਹਾ ਹੈਗਾ। ਸੋ ਜਿਹੜੀ ਕੁਆਲੀਫਿਕੇਸ਼ਨ ਕਰਨੀ ਆਪਾਂ ਬੰਦੇ ਦੀ ਇਨਕਮ ਲੈ ਕੇ, ਬੰਦੇ ਦੀ ਮੰਨ ਲਓ $1,00,000 ਇਨਕਮ ਆ, ਤੇ 2.45 ਦੇ ਹਿਸਾਬ ਨਾਲ ਆਪਾਂ ਲਾ ਕੇ ਵੀ ਇੰਨੀ ਬੰਦੇ ਦੀ
$2000 ਪੇਮੈਂਟ ਬਣ ਗਈ। ਉਹ ਪਰ ਉਹ 2000 ਪੇਮੈਂਟ 2.45 ਨਾਲ ਆ, ਪਰ ਜਿਹੜੀ ਸਟ੍ਰੈਸ ਟੈਸਟ 'ਚ ਉਹ ਦੇਖਦੇ ਆ ਵੀ 5.04 ਦੇ ਹਿਸਾਬ ਨਾਲ ਜਿਹੜਾ ਅੱਜ ਦਾ ਕੁਆਲੀਫਿਕੇਸ਼ਨ ਰੇਟ ਆ ਵੀ ਉਹਦੇ ਨਾਲ ਪੇਮੈਂਟ ਬਣਦੀ ਆ ਬੰਦੇ ਦੀ $2600 ਜੀ। ਸੋ 2000 ਤੇ $2600 ਦਾ ਜੇ ਫਰਕ, ਮੈਂ ਰਫ ਨੰਬਰਸ ਲੈ ਰਿਹਾ ਵਾਂ। ਸੋ 2600 ਦੇ ਹਿਸਾਬ ਨਾਲ ਉਹ ਦੇਖਦੇ ਆ ਵੀ ਬੰਦੇ ਨੂੰ ਕਿੰਨੀ ਇਨਕਮ ਚਾਹੀਦੀ ਆ। ਓਬਵੀਅਸਲੀ 2000 ਤੇ 2600 ਦੇ ਨਾਲ ਇਨਕਮ ਜ਼ਿਆਦਾ ਚਾਹੀਦੀ ਹੈ, ਜਾਂ ਉਹਨੂੰ ਮੋਰਗੇਜ ਘੱਟ ਮਿਲੂਗੀ। ਉਹ ਉਨੀ ਉਸ ਹਿਸਾਬ ਨਾਲ ਕੁਆਲੀਫਿਕੇਸ਼ਨ ਦੇ ਦੇ। ਕੱਲ ਨੂੰ ਰੇਟ ਅੱਜ 2.45 ਆ, ਕੱਲ ਨੂੰ 3.45 ਹੋ ਗਿਆ, ਜਾਂ 5% ਤੱਕ ਚਲਿਆ ਗਿਆ, ਵੀ ਬੰਦਾ ਪੇਮੈਂਟ ਦੇ ਸਕੇ। ਵੀ ਇਹ ਨਾ ਹੋਵੇ ਵੀ ਕੱਲ ਨੂੰ 2.45 ਤੋਂ 3 ਹੋ ਗਿਆ ਤੇ ਬੰਦੇ ਕੋ ਵੀ ਪੇਮੈਂਟ ਅਫੋਰਡ ਨਹੀਂ ਕਰ ਸਕਦਾ ਹੈਗਾ। ਸੋ ਉਹ ਪਹਿਲਾਂ ਇਹ ਸਟ੍ਰੈਸ ਟੈਸਟ ਲਾ ਕੇ ਉਸ ਹਿਸਾਬ ਨਾਲ ਦੇਖਦੇ ਆ ਵੀ ਉਨੀ ਇਨਕਮ ਵਾਲਾ ਬੰਦਾ ਵੀ ਇੰਨੇ % ਰੇਟ ਤੇ ਇੰਨੀ ਮੋਰਗੇਜ ਦੀ ਪੇਮੈਂਟ ਦੇ ਸਕਦਾ ਵਾ, ਅਫੋਰਡ ਕਰਦਾ ਵਾ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਵਿਕਰਮ ਜੀ ਕਿ ਘਰ ਪਹਿਲਾਂ ਲੋਕੀ ਵੱਡੇ ਘਰ ਵੀ ਬਹੁਤ ਬਣਦੇ ਆ ਔਰ ਹਰ ਇੱਕ ਦੀ ਆਪਣੀ ਚੋਇਸ ਆ, ਪਰ ਹੁਣ ਅੱਜ ਕੱਲ ਟਾਊਨ ਹਾਊਸਸ ਜਾਂ ਅਪਾਰਟਮੈਂਟਸ ਜਾਂ ਛੋਟੇ ਘਰ ਬਣਦੇ ਆ, ਇਹਦੇ ਨਾਲ ਫਸਟ ਟਾਈਮ ਬਾਇਰਸ ਨੂੰ ਕੁਝ ਹੁੰਦੀਆਂ ਆ ਈਜ਼ੀ ਫਸਟ ਟਾਈਮ ਘਰ ਲੈਣ ਦੇ ਲਈ? ਭੈਣ ਜੀ, ਇੱਕ ਫਸਟ ਟਾਈਮ ਬਾਇਰ ਨੂੰ ਜਿਹੜੇ ਬੈਨੀਫਿਟਸ ਆ ਸ਼ਵਿੰਦਰ ਨੇ ਪਹਿਲਾਂ ਦੱਸਿਆ ਸੀ, ਪਰ ਮੈਂ ਐਡ ਕਰਨਾ ਚਾਹੁੰਦਾ ਉਹਦੇ 'ਚ ਗਵਰਨਮੈਂਟ ਨੇ ਕਿਹਾ ਹੋਇਆ ਜੀ 5 ਲੱਖ ਤੱਕ ਤੁਹਾਨੂੰ ਕੋਈ ਪ੍ਰਾਪਰਟੀ ਟਰਾਂਸਫਰ ਟੈਕਸ ਨਹੀਂ। ਜੇ ਤੁਸੀਂ ਬ੍ਰਾਂਡ ਨਿਊ ਘਰ ਲੈਂਦੇ ਹੋ ਜਿਹੜਾ 7.5 ਲੱਖ ਤੱਕ, ਤੁਹਾਨੂੰ ਕੋਈ ਪ੍ਰਾਪਰਟੀ ਟਰਾਂਸਫਰ ਟੈਕਸ ਨਹੀਂ ਦੇਣਾ ਪੈਂਦਾ। ਇੱਕ ਪਿੱਛੇ ਗਵਰਨਮੈਂਟ ਨੇ ਹੋਰ ਚਲਾਇਆ ਸੀਗਾ ਇੰਸ਼ੋਰਡ ਮੌਰਗੇਜਸ ਤੇ। ਇੰਸ਼ੋਰਡ ਮੌਰਗੇਜਸ ਹੁੰਦੀਆਂ ਜਦੋਂ ਬੰਦੇ ਨੇ 20% ਤੋਂ ਘੱਟ ਡਾਊਨ ਪਾ ਕੇ ਘਰ ਲੈਣਾ, ਉਸ ਮੌਰਗੇਜ ਤੇ ਉਹ ਗ੍ਰਾਂਟ ਦਿੰਦੇ ਸੀ ਅਪ ਟੂ 10% ਆਈ ਥਿੰਕ। ਤੇ ਉਹ ਜ਼ਿਆਦਾ ਕਾਮਯਾਬ ਨਹੀਂ ਹੋਇਆ ਸੀ ਗਵਰਨਮੈਂਟ ਦਾ ਜਿਹੜਾ, ਪਰ ਉਹ ਸਟਿਲ ਆਈ ਥਿੰਕ ਕੰਟੀਨਿਊ ਹੈਗੀ ਹੈ ਜੀ। ਉਹਦੇ 'ਚ ਕੀ ਹੁੰਦਾ ਜੀ, ਉਹ ਗਵਰਨਮੈਂਟ ਫਸਟ ਟਾਈਮ ਬਾਇਰ ਨੂੰ ਕੀ ਕਰਦੀ ਹੈ, ਡਾਊਨ ਪੇਮੈਂਟ 'ਚ ਸਪੋਰਟ ਕਰਦੀ ਹੈ। ਉਹਦੇ 'ਚ ਗਵਰਨਮੈਂਟ ਜਿਵੇਂ ਮੰਨ ਲਓ ਤੁਸੀਂ 5% ਡਾਊਨ ਪਾਇਆ, 5% ਹੀ ਗਵਰਨਮੈਂਟ ਨੇ ਪਾਤਾ, ਪਰ ਤੁਹਾਡੀ ਇਨਕਮ ਕੁਆਲੀਫਾਈ ਕਰਦੀ ਹੈ, ਤੁਹਾਡੀ ਡਾਊਨ ਪੇਮੈਂਟ ਦੇ ਵਿੱਚ ਹੈਲਪ ਕਰ ਦਿੰਦੀ ਸੀ ਗਵਰਨਮੈਂਟ। ਤੁਹਾਡਾ ਕੁਐਸਚਨ ਸੀ ਜਿਹੜਾ ਅਪਾਰਟਮੈਂਟ ਟਾਊਨ ਹਾਊਸ ਲੈ ਲੈਂਦੇ ਨੇ ਫਸਟ ਟਾਈਮ ਬਾਇਰ ਨੂੰ, ਉਹ ਭੈਣ ਜੀ ਸਿਰਫ ਇੰਨਾ ਹੀ ਬੈਨੀਫਿਟ ਆ ਉਹਨਾਂ ਦਾ ਵੀ ਮੇਰੀ ਜੋ ਸੋਚ ਹੈ, ਜੋ ਮੈਂ ਕਲਾਇੰਟਸ ਨੂੰ ਐਡਵਾਈਜ਼ ਕਰਦਾ ਆਲਵੇਜ਼, ਵੀ ਤੁਸੀਂ ਆਪਣੀ ਕੋਈ ਵੀ ਪ੍ਰਾਪਰਟੀ ਲੈ ਲਓ, ਚਾਹੇ ਅਪਾਰਟਮੈਂਟ ਲੈ ਲਓ ਜੋ ਤੁਸੀਂ ਅਫੋਰਡ ਕਰਦੇ ਹੋ, ਚਾਹੇ ਟਾਊਨ ਹਾਊਸ ਲੈ ਲਓ, ਚਾਹੇ ਘਰ ਲੈ ਲਓ, ਉਹ ਤੁਹਾਡੀ ਕਿਸੇ ਵੀ ਹੋਰ ਦੀ ਪੇਮੈਂਟ ਦੇਣ ਨਾਲੋਂ, ਬੇਸਮੈਂਟ 'ਚ ਬੈਠਣ ਨਾਲੋਂ ਤੁਸੀਂ 100 ਗੁਣਾ ਵਧੀਆ ਤੁਸੀਂ ਆਪਣੇ ਘਰ 'ਚ ਬਹਿ ਜਾਓਗੇ। ਚਾਹੇ ਉਹ ਅਪਾਰਟਮੈਂਟ ਆ। ਆਪਾਂ ਜਦੋਂ ਸਟਾਰਟਿੰਗ ਦੇ ਵਿੱਚ ਅੱਜ ਤੋਂ 5 ਸਾਲ ਪਹਿਲਾਂ 4 ਸਾਲ ਪਹਿਲਾਂ ਜਦੋਂ ਪ੍ਰਾਈਜ਼ਾਂ ਵਧਣੀਆਂ ਸ਼ੁਰੂ ਹੋਈਆਂ ਸੀ, ਉਦੋਂ ਆਪਣੇ ਲੋਕ ਟਾਊਨ ਹਾਊਸਾਂ ਦੇ ਵਿੱਚ ਤੇ ਅਪਾਰਟਮੈਂਟਾਂ 'ਚ ਜਾ ਕੇ ਖੁਸ਼ ਨਹੀਂ ਸੀਗੇ। ਉਹ ਕਹਿੰਦੇ ਸੀ ਅਸੀਂ ਲੈਣਾ ਤਾਂ ਘਰ ਹੀ ਲੈਣਾ। ਪਰ ਹੁਣ ਇਹ ਥਿਊਰੀ ਚੇਂਜ ਹੋ ਗਈ ਆ। ਹੁਣ ਮੈਜੋਰਟੀ ਲੋਕ ਟਾਊਨ ਹਾਊਸ ਅਪਾਰਟਮੈਂਟ ਵੱਲ ਜਾਣਾ ਸ਼ੁਰੂ ਹੋ ਗਏ, ਕਿਉਂਕਿ ਉਹਨਾਂ ਨੂੰ ਪਤਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਮੌਰਗੇਜ ਦੇ ਰੂਲ ਜੇ ਨਹੀਂ ਬਦਲਦੇ ਤਾਂ ਉਹਨਾਂ ਦੀ ਅਫੋਰਡੇਬਿਲਟੀ ਚੇਂਜ ਨਹੀਂ ਹੋਣੀ, ਰਾਈਟ। ਸੋ ਇਸ ਕਰਕੇ ਮੈਂ ਆਲਵੇਜ਼ ਇਹੀ ਐਡਵਾਈਜ਼ ਕਰਦਾ ਹੁੰਦਾ ਵੀ ਤੁਸੀਂ ਚਾਹੇ ਅਪਾਰਟਮੈਂਟ ਲੈ ਲਓ, ਚਾਹੇ ਘਰ ਲੈ ਲਓ, ਆਪਦੀ ਚੀਜ਼ ਲੈ ਕੇ ਆਪਦੇ ਘਰੇ ਬਹਿ ਜਾਓ ਇੰਸਟੈਡ ਆਫ ਰੈਂਟਿੰਗ ਸਮਵੇਅਰ। ਉਹ ਜਿਹੜੀ ਰੈਂਟ ਦੇ ਰਹੇ ਆ ਉਹ ਕਿਸੇ ਦੀ ਮੌਰਗੇਜ ਪੇ ਆਫ ਹੋ ਰਹੀ ਆ। ਇਟਸ ਬੈਟਰ ਉਨੀ ਅਮਾਉਂਟ ਦੀ ਮੌਰਗੇਜ ਪੇਮੈਂਟ ਆਪਣੀ ਲੈ ਕੇ ਆਪਣਾ ਘਰ ਲੈ ਕੇ ਬੈਠੋ। ਦੈਟਸ ਵੇ ਬੈਟਰ ਆਈ ਥਿੰਕ ਜੀ। ਤੇ ਅਸ਼ਵਿੰਦਰ ਜੀ, ਕਈ ਵਾਰੀ ਲੋਕਾਂ ਨੂੰ ਤੁਹਾਨੂੰ ਸਮਝਾਉਣ ਨੂੰ ਕਈ ਵਾਰੀ ਉਹਨਾਂ ਨੂੰ ਤੁਹਾਨੂੰ ਜਿਹੜੀਆਂ ਕੰਸਲਟੇਸ਼ਨ ਦੇਣੀਆਂ ਪੈਂਦੀਆਂ, ਤੁਹਾਡੇ ਕੋਲ ਇੱਕ ਵਾਰੀ ਆਉਂਦੇ ਆ, ਸਵਾਲ ਬਹੁਤ ਹੁੰਦੇ ਉਹਨਾਂ ਦੇ। ਕਈਆਂ ਨੂੰ ਬਿਲਕੁਲ ਫਸਟ ਟਾਈਮ ਬਾਇਰ ਜਿਹੜੇ ਨਵੇਂ ਆ, ਜਿਨ੍ਹਾਂ ਨੂੰ ਇੱਥੇ ਦੀ ਮਾਰਕੀਟ ਦਾ ਨਹੀਂ ਪਤਾ, ਇਮੀਗ੍ਰੈਂਟਸ ਆ, ਨਵੇਂ ਆਏ ਹੈਗੇ ਆ, ਕਿੰਨੀਆਂ ਕੁ ਕੰਸਲਟੇਸ਼ਨ ਤੁਸੀਂ ਉਹਨਾਂ ਨੂੰ ਤੁਹਾਨੂੰ ਦੇਣੀਆਂ ਪੈਂਦੀਆਂ? ਫ੍ਰੀ ਕੰਸਲਟੇਸ਼ਨ ਆ ਤੁਹਾਡੀ ਜਦੋਂ ਤੁਹਾਡੇ ਕੋਲ ਆਉਂਦੇ ਆ? ਸੋ ਕਿੰਨੀ ਕੁ ਵਾਰੀ ਇੱਕ ਕਲਾਇੰਟ ਤੁਹਾਡੇ ਕੋਲ ਆਉਂਦਾ ਆ? ਕਈ ਤਾਂ ਕਲਾਇੰਟਸ ਹੁੰਦੇ ਉਹਨਾਂ ਨੂੰ ਐਕਸਪੀਰੀਅੰਸ ਹੁੰਦਾ ਮਾਰਕੀਟ 'ਚ, ਬਾਹਰ ਰਹਿੰਦੇ ਆਉਂਦੇ ਜਾਂਦੇ, ਪਰ ਕਈ ਜਿਹੜੇ ਬਿਲਕੁਲ ਨਵੇਂ ਹੁੰਦੇ ਆ। ਸੋ ਕਿੰਨਾ ਕੁ ਤੁਹਾਨੂੰ ਉਹਨਾਂ ਨੂੰ ਕੰਸਲਟੇਸ਼ਨ ਦੇਣੀਆਂ ਪੈਂਦੀਆਂ? ਕਿੰਨੀ ਕੁ ਤੁਸੀਂ ਸੋਚਦੇ ਆ ਕਿ ਲੋਕਾਂ ਨੂੰ ਪਹਿਲਾਂ ਕੰਸਲਟੇਸ਼ਨ ਲੈਣੀ ਚਾਹੀਦੀ ਘਰ ਬਾਏ ਕਰਨ ਤੋਂ ਪਹਿਲਾਂ? ਅੱਜ ਕੱਲ ਦੇ ਇੰਟਰਨੈਟ ਦੇ ਜ਼ਮਾਨੇ 'ਚ ਜੀ ਜੇ ਤੁਸੀਂ ਦੇਖੋ, ਬਾਇਰ ਬੀਵੇਅਰ ਪਹਿਲਾਂ ਹੀ ਅਵੇਅਰ ਨੇ ਜੀ ਮੋਸਟਲੀ ਲੋਕੀ ਜਿਹੜੇ ਫਸਟ ਟਾਈਮ ਬਾਇਰ ਜਿਹੜੇ ਆਉਂਦੇ ਵੀ ਨੇ ਸਾਡੇ ਕੋਲ, ਸਰਚ ਕਰਕੇ, ਆਨਲਾਈਨ ਸਰਚ ਕਰਕੇ ਵਗੈਰਾ, ਬੈਂਕਾਂ ਵਗੈਰਾ ਤੋਂ ਹੋਰ ਦੇਖ ਕੇ ਪਹਿਲਾਂ ਹੀ ਉਹ ਆਉਂਦੇ ਆ। ਮੈਨੂੰ ਲੱਗਦਾ ਨਹੀਂਗਾ ਵੀ ਕੋਈ ਲਾਈਕ 10% ਜਿਹੜੇ ਫਸਟ ਟਾਈਮ ਬਾਇਰ ਹੋਣਗੇ ਜਿਨ੍ਹਾਂ ਨੂੰ 2 ਵਾਰ ਕੰਸਲਟੇਸ਼ਨ ਜਾਂ 3 ਵਾਰ ਦੀ ਲੋੜ ਆ। ਨਹੀਂ ਤਾਂ ਇੱਕ ਵਾਰ 'ਚ ਬੰਦੇ ਨੂੰ ਮੋਸਟਲੀ ਕਈ ਲੋਕਾਂ ਸਾਨੂੰ ਕੁਐਸਚਨ ਕਰਦੇ ਉਲਟਾ ਵੀ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਸੀ, ਤੁਸੀਂ ਸਾਨੂੰ ਇਸ ਤਰ੍ਹਾਂ ਦੱਸ ਰਹੇ ਹੋ। ਸਾਨੂੰ ਕਿਸੇ ਨੇ ਦੱਸਿਆ ਵੀ
ਇਹ ਆ ਇਹਦੀਆਂ ਗਾਈਡਲਾਈਨਸ ਸੋ ਐਜੂਕੇਟ ਹੁੰਦੇ ਪਹਿਲਾਂ ਹੀ ਸਾਰਾ ਉਹਨਾਂ ਨੇ ਹੋਮਵਰਕ ਕੀਤਾ ਹੁੰਦਾ। ਹਾਂਜੀ, ਇੰਟਰਨੈਟ ਦਾ ਜ਼ਮਾਨਾ ਭੈਣ ਜੀ, ਸਾਰੇ ਇੰਟਰਨੈਟ ਤੇ ਅੱਜਕੱਲ ਸਰਚ ਕਰਕੇ ਚੱਲਦੇ ਆ। ਗਾਈਡਲਾਈਨਸ ਦਾ ਵੀ ਕਈ ਲੋਕਾਂ ਨੂੰ ਪਤਾ ਹੁੰਦਾ, ਸਾਨੂੰ ਆ ਕੇ ਦੱਸਣ ਲੱਗ ਜਾਂਦੇ ਨੇ ਵੀ ਉੱਥੋਂ ਰੈਂਟ ਦਿਖਾ ਲਓ ਜੀ, ਐਂ ਕਰ ਲਓ ਜੀ, ਤੁਸੀਂ ਇਦਾਂ ਕਰ ਸਕਦੇ ਹੋ। ਸੋ ਸਮ ਟਾਈਮਸ ਸਾਨੂੰ ਕਈ ਵਾਰ ਹਾਸਾ ਵੀ ਹੁੰਦਾ, ਯਾਰ ਵੀਰੇ ਮੌਰਗੇਜ ਬ੍ਰੋਕਰ ਅਸੀਂ ਆ ਕਿ ਤੁਸੀਂ ਲੈਟ ਅਸ ਵਰਕ, ਰਾਈਟ। ਸੋ ਇਹ ਚੀਜ਼ ਸਾਡੇ ਨਾਲ ਆਮ ਵਾਪਰਦੀ ਹੈ ਜੀ, ਡੇਲੀ ਰੂਟੀਨ ਦੇ ਵਿੱਚ ਸਾਡੇ ਨਾਲ ਵਾਪਰਦੀ ਹੈ। ਲੋਕ ਸਾਨੂੰ ਆ ਕੇ, ਪਰ ਕਈ ਬੰਦੇ ਇਦਾਂ ਦੇ ਵੀ ਹੈਗੇ ਆਪਣੇ ਜਿਹੜੇ ਐਜੂਕੇਟਡ ਨਹੀਂ ਹੈਗੇ, ਜਿਹੜੇ ਇੰਟਰਨੈਟ ਵੀ ਨਹੀਂ ਯੂਜ਼ ਕਰਦੇ, ਜਿਹੜੇ ਆਪਣੇ ਜਿਵੇਂ ਅੰਕਲਸ ਨੇ, ਆਂਟੀਜ਼ ਨੇ, ਉਹ ਵੀ ਘਰ ਲੈ ਰਹੇ ਆ, ਜਿਵੇਂ ਰਿਟਾਇਰਡ ਬੰਦੇ ਆ, ਪੇਰੈਂਟਸ ਆਪਣਾ ਘਰ ਲੈ ਰਹੇ ਆ, ਰਾਈਟ। ਉਹਨਾਂ ਨੂੰ ਫਿਰ ਅਸੀਂ ਟਰਾਈ ਕਰਦੇ ਆ ਕੱਲੀ ਚੀਜ਼, ਚਾਹੇ ਸਾਨੂੰ 4 ਵਾਰ ਕੰਸਲਟੇਸ਼ਨ 5 ਵਾਰ ਕਰਨੀ ਪਵੇ, ਅਸੀਂ ਦੱਸਦੇ ਆ ਉਹਨਾਂ ਨੂੰ ਵੀ ਆਹ ਚੀਜ਼ ਹੈ ਜੀ, ਇਦਾਂ ਮੌਰਗੇਜ ਹੋਊ, ਇੰਨੀ ਤੁਹਾਡੀ ਪੇਮੈਂਟ ਬਣੂ। ਅਸੀਂ ਟਰਾਈ ਕਰਦੇ ਆ ਵੀ ਕੱਲੀ ਚੀਜ਼ ਐਕਸਪਲੇਨ ਕੀਤੀ ਜਾਵੇ ਕਲਾਇੰਟ ਨੂੰ ਜੀ। ਤੇ ਅਸ਼ਵਿੰਦਰ ਜੀ, ਜਿਨ੍ਹਾਂ ਨੇ ਪਹਿਲੀ ਵਾਰੀ ਘਰ ਲੈਣਾ ਆ, ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ? ਕਿਉਂਕਿ ਸਰੀ ਦੇ ਵਿੱਚ ਤਾਂ ਹੁਣ ਜੇ ਅਸੀਂ ਦੇਖੀਏ ਘਰ ਲੈਣਾ ਇੰਨਾ ਸੌਖਾ ਨਹੀਂਗਾ, ਬਹੁਤ ਪ੍ਰਾਪਰਟੀ ਰੇਟ ਹਾਈ ਆ। ਸੋ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ ਕਿ ਉਹਨਾਂ ਨੂੰ, ਜੇ ਕੋਈ ਸਰੀ ਤੋਂ ਆ ਤੇ ਸਰੀ ਕਿ ਐਬਸਫੋਰਡ ਵਾਲ ਨੂੰ ਥੋੜਾ ਜਿਹਾ ਸਸਤਾ ਪੈਂਦਾ ਆ, ਇੱਧਰ ਸੌਖਾ ਆ, ਕਿੱਧਰ ਲੈਣਾ ਚਾਹੀਦਾ ਫਸਟ ਟਾਈਮ? ਕੀ ਸਲਾਹ ਦਓਗੇ? ਸਟਾਰਟਿੰਗ ਕਿੱਥੋਂ ਕਰਨ ਉਹ ਆਪਣੀ? ਮੇਰੇ ਹਿਸਾਬ ਨਾਲ ਜੇ ਜ਼ਿਆਦਾ ਵੱਡਾ ਨਾ ਦੇਖਣ, ਜੇ ਘਰ ਦੀ ਬਜਾਏ ਜੇ ਬੰਦਾ ਟਾਊਨ ਹਾਊਸ ਜਾਂ ਅਪਾਰਟਮੈਂਟ ਅਫੋਰਡ ਕਰਦੇ ਹੋ, ਤੁਸੀਂ ਇੱਕ ਵਾਰੀ ਉਹ ਲੈ ਲਓ, ਹੌਲੀ ਹੌਲੀ ਪੇਮੈਂਟ ਦਿਓ, ਉਹਦੀ ਮੋਰਗੇਜ ਉਤਰੂਗੀ, ਨਾਲ ਉਹਦੀ ਐਕੁਇਟੀ ਵੀ ਬਣੂਗੀ ਘਰ ਦੀ। ਜੇ ਮੰਨ ਲਓ ਅੱਜ ਤੁਸੀਂ 4 ਲੱਖ ਦਾ ਰਹਿ ਰਹੇ ਹੋ, ਕੱਲ ਨੂੰ 6 ਲੱਖ ਦਾ ਹੋ ਗਿਆ, ਫਿਰ ਉਸ ਹਿਸਾਬ ਨਾਲ ਤੁਸੀਂ, ਤੁਹਾਡੇ ਪੈਰ ਲੱਗ ਜਾਣੇ ਇੱਕ ਵਾਰੀ ਤਾਂ ਤੁਸੀਂ ਵੀ। ਤੇ ਮੇਨ ਗੱਲ ਦੂਸਰੀ ਇਹ ਆ ਵੀ ਜਦੋਂ ਉਹ 'ਚ ਐਕੁਇਟੀ ਹੋਗੀ, ਨਾਲ ਤੁਹਾਡੀ ਤੁਸੀਂ ਜੌਬ ਵੀ ਬੈਟਰ ਲੱਭੋਗੇ, ਤੁਹਾਡੀ ਜੌਬ ਵੀ, ਇਨਕਮ ਵੀ ਵਧੂਗੀ। ਸੋ ਉਹਦੇ ਨਾਲ ਜਦੋਂ ਤੁਸੀਂ ਉਹ ਵੇਚੋਗੇ, ਉਹ ਚੋਂ ਤੁਹਾਡੀ ਡਾਊਨ ਪੇਮੈਂਟ ਘਰ ਦੀ ਨਿਕਲੇਗੀ ਅੱਜ ਤੋਂ 4 ਸਾਲ 5 ਸਾਲ ਜੇ ਲੰਬਾ ਸੋਚ ਕੇ ਚੱਲੀਏ। ਸੋ ਮੇਰੇ ਹਿਸਾਬ ਨਾਲ ਬੈਟਰ ਇਹ ਆ ਵੀ ਜੋ ਚੀਜ਼ ਲੈ ਸਕਦੇ ਹੋ, ਜਿਹੜਾ ਬੰਦਾ ਅੱਜ ਅਫੋਰਡ ਕਰਦਾ, ਇਹ ਨਾ ਸੋਚੋ ਵੀ ਤੁਸੀਂ ਘਰ ਹੀ ਲੈਣਾ ਵਾ। ਜੇ ਤੁਸੀਂ ਟਾਊਨ ਹਾਊਸ ਅਫੋਰਡ ਕਰਦੇ ਹੋ, ਉਹ ਲੈ ਲਓ, ਤੇ ਬਾਅਦ ਚ ਹੌਲੀ ਸਟੈਪ ਬਾਏ ਸਟੈਪ ਅੱਗੇ ਘਰ ਤੇ ਜਾਓ। ਭੈਣ ਜੀ, ਇਹਦੇ ਚ ਮੈਂ ਇੱਕ ਚੀਜ਼ ਐਡ ਕਰਦਾ ਅਸ਼ਵਿੰਦਰ ਦੇ ਨਾਲ। ਜਿੱਦਾਂ ਹੁਣ ਆਪਣਾ ਹੁੰਦਾ ਨਾ ਜੀ, ਆਪਾਂ ਕਹਿੰਦੇ ਵੀ ਨਹੀਂ ਇਸ ਤਾਂ 20% ਡਾਊਨ ਕਰਾਂਗੇ, ਸਾਨੂੰ ਇੰਸ਼ੋਰੈਂਸ ਪ੍ਰੀਮੀਅਮ ਪੈਂਦਾ, ਅਸੀਂ ਇੰਸ਼ੋਰੈਂਸ ਪ੍ਰੀਮੀਅਮ ਨਹੀਂ ਦੇਣਾ, ਸਾਡੇ ਕੋਲ ਜਦੋਂ 20% ਡਾਊਨ ਹੋਇਆ ਅਸੀਂ ਉਦੋਂ ਹੀ ਘਰ ਲਵਾਂਗੇ, ਸਾਲ ਹੋਰ ਰੈਂਟ ਤੇ ਲੈ ਲੈਂਦੇ ਆ। ਪਰ ਮੈਂ ਆਪਣੇ ਸਾਰੇ ਵਿਊਅਰਸ ਨੂੰ ਇਹ ਦੱਸਣਾ ਚਾਹੂੰਗਾ ਵੀ ਤੁਸੀਂ ਇੱਕ ਵਾਰ ਸਾਡੇ ਨਾਲ ਇਸ ਗੱਲ ਤੇ ਆ ਕੇ ਕੰਸਲਟ ਕਰੋ, ਕਿਉਂਕਿ ਮੇਰਾ ਪਰਸਨਲ ਐਕਸਪੀਰੀਅੰਸ ਹੈ ਭੈਣ ਜੀ। ਮੈਂ ਨਾ ਖਰਚੀਲਾ ਬਹੁਤ ਸੀ, ਤੇ ਜਦੋਂ ਮੈਂ ਘਰ ਲੈਣਾ ਸੀ 2014 ਦੇ ਵਿੱਚ ਆਪਣਾ, ਮੇਰੇ ਫਾਦਰ ਤੇ ਮੇਰੇ ਵਾਈਫ ਦੋਨੇ ਇਸ ਪੱਖ 'ਚ ਸੀ ਵੀ 20% ਜੋੜਾਂਗੇ ਤਾਂ ਘਰ ਲਵਾਂਗੇ। ਤੇ ਜੇ ਮੈਂ ਉਹਨਾਂ ਦੀ ਮੰਨ ਲੈਂਦਾ, ਨਾ ਮੈਂ ਅੱਜ ਘਰ ਜੁੜਨਾ ਸੀ, ਨਾ ਮੇਰੇ ਕੋਲੇ ਹੋਣਾ ਸੀ। ਮੇਰੀ ਮਮ ਕਹਿੰਦੇ ਸੀ ਵੀ ਪੁੱਤ ਲੈ ਲਾ ਘਰ ਜੇ ਲੈ ਸਕਦਾ। 10% ਡਾਊਨ ਸੀ, ਕਿਉਂਕਿ ਮੈਨੂੰ ਪਤਾ ਸੀ ਵੀ ਜੇ ਮੇਰੇ ਕੋਲ ਪੈਸੇ ਦਿਖਦੇ ਰਹੇ ਮੈਂ ਖਰਚ ਦੂੰ ਕਿਸੇ ਪਾਸੇ ਇਹਨੂੰ, ਕਿਉਂਕਿ ਸੇਵਿੰਗ ਕਰਨੀ ਹਰ ਪੱਖ ਬੰਦੇ ਦੀ ਪੱਖ ਦੀ ਗੇਮ ਨਹੀਂ ਹੁੰਦੀ ਜੀ। ਪੈਸੇ ਦਿਖਦੇ ਆ ਨਾ, ਬੰਦੇ ਨੂੰ ਖਰਚਦਾ ਰਹਿੰਦਾ। ਤੇ ਮੈਂ ਉਦੋਂ 10% ਡਾਊਨ ਤੇ 380 ਦਾ ਘਰ ਲੈ ਗਿਆ ਜੀ। ਅੱਜ ਉਹੀ ਘਰ ਦੀ ਐਕੁਇਟੀ ਆ, ਅੱਜ ਉਹੀ ਘਰ 7.5 ਲੱਖ ਦਾ ਹੋਇਆ ਪਿਆ। ਜਿਵੇਂ ਇਸ਼ਵਿੰਦਰ ਨੇ ਦੱਸਿਆ ਜੀ, ਇਹ ਤੁਹਾਡੀ ਐਕੁਇਟੀ ਕ੍ਰੀਏਟ ਹੋ ਜਾਂਦੀ ਹੈ। ਤੁਸੀਂ ਅੱਜ 10% ਡਾਊਨ ਪਾ ਕੇ ਅਪਾਰਟਮੈਂਟ ਜਾਂ ਟਾਊਨ ਹਾਊਸ ਲੈ ਲਿਆ, 2 ਸਾਲ ਉਹਦੇ ਚ ਰਹਿਣਗੇ, ਤੁਸੀਂ ਆਪਦੀ ਮੌਰਗੇਜ ਦੀ ਪੇ ਆਊਟ ਕੀਤਾ, $20,000 $30,000 ਉਹ ਜੁੜ ਗਿਆ ਜਿਹੜਾ ਮੌਰਗੇਜ ਪੇ ਆਊਟ ਹੋ ਗਈ, ਪਲੱਸ ਉਹਦੀ ਐਕੁਇਟੀ ਬਣ ਗਈ। ਉਹ ਤੁਹਾਡੀ ਨੈਕਸਟ ਘਰ ਦੀ 20% ਡਾਊਨ ਪੇਮੈਂਟ ਆਟੋਮੈਟਿਕ ਕ੍ਰੀਏਟ ਹੋ ਗਈ, ਇਨਸਟੈਡ ਆਫ ਕੀ ਰੈਂਟਿੰਗ ਕਰਕੇ ਤੁਸੀਂ ਆਪਦੇ ਪੈਸੇ ਜੋੜੋ, ਨਾਲੇ ਤੁਹਾਡੀ ਮਨੀ ਇਨਵੈਸਟ ਹੋਗੀ ਜੀ, ਆਪਣੇ ਘਰ 'ਚ ਰਹਿਣ ਲੱਗੇ। ਕੱਲ ਨੂੰ ਤੁਹਾਨੂੰ ਆ ਕੇ ਕੋਈ ਇਹ ਨਹੀਂ ਕਹਿ ਸਕਦਾ ਵੀ ਘਰ ਖਾਲੀ ਕਰੋ, ਕਿਉਂਕਿ ਤੁਹਾਡਾ ਆਪਣਾ ਘਰ ਹੈ। ਸੋ ਇਟਸ ਵੈਰੀ ਲਾਈਕ ਮਾਈਨਰ ਥਿੰਗ, ਜੇ ਆਪਾਂ ਧਿਆਨ ਰੱਖੀਏ ਤਾਂ ਆਪਣੀ ਲਾਈਫ ਦੇ ਵਿੱਚ ਆਪਾਂ ਹੀ ਅੱਗੇ ਨਿਕਲ ਸਕਦੇ ਹਾਂ, ਥੋੜੇ ਸਟੈਪ ਲੈ ਕੇ। ਤੇ ਇਸ਼ਵਿੰਦਰ ਜੀ, ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਟਾਊਨ ਹਾਊਸ ਚੋਂ ਜਦੋਂ ਅਸੀਂ ਘਰ 'ਚ ਮੂਵ ਹੋਣਾ ਆ, ਕਿੰਨਾ ਕੁ ਉਹ ਈਜ਼ੀ ਆ ਕਿ ਤੁਸੀਂ ਇਹਦੇ ਕਾਸੇ ਦੇ ਵਿੱਚ ਵੀ ਗਾਈਡ ਕਰਦੇ ਆ? ਜੇ ਕੋਈ ਕਹਿੰਦਾ ਕਿ ਅਸੀਂ ਟਾਊਨ ਹਾਊਸ 'ਚ ਰਹਿ ਰਹੇ ਹਾਂ ਤੇ ਹੁਣ ਅਸੀਂ ਘਰ ਲੈਣਾ ਚਾਹੁੰਦੇ ਆ, ਥੋੜਾ ਵੱਡਾ ਘਰ ਲੈਣਾ ਚਾਹੁੰਦੇ ਆ, ਸੋ ਇਹਦੇ ਵਿੱਚ ਵੀ ਤੁਸੀਂ ਹੈਲਪ ਕਰਦੇ ਆ, ਗਾਈਡ ਕਰਦੇ ਆ, ਪੇਪਰ ਵਰਕ ਵਗੈਰਾ ਦੇ ਵਿੱਚ ਉਹਨਾਂ ਨੂੰ ਈਜ਼ੀ ਦੱਸਦੇ ਆ ਕਿ ਕਿਵੇਂ ਤੁਸੀਂ ਹੁਣ ਇਹਨੂੰ ਮੈਨੇਜ ਕਰ ਸਕਦੇ ਆ ਘਰ ਨੂੰ? ਹਾਂਜੀ, ਬਿਲਕੁਲ ਦੱਸਦੇ ਆ ਜੀ। ਇਹ 'ਚ ਤੁਸੀਂ ਮੇਨ ਤਾਂ ਚੀਜ਼ ਇਹ ਆ ਵੀ ਬੰਦੇ ਨੂੰ ਜਦੋਂ ਆਉਂਦਾ ਵਾ ਉਦੋਂ ਪਹਿਲਾਂ ਤਾਂ ਕੁਆਲੀਫਿਕੇਸ਼ਨ ਕਰਨੀ, ਵੀ ਘਰ ਲਈ ਕੁਆਲੀਫਾਈ ਕਰ ਰਿਹਾ ਵਾ ਕਿ ਨਹੀਂ ਕਰ ਰਿਹਾ। ਫਿਰ ਦੂਸਰਾ ਦੇਖਣਾ ਵੀ ਜੇ ਟਾਊਨ ਹਾਊਸ ਵੇਚਦਾ ਵਾ, ਟਾਊਨ ਹਾਊਸ ਦੀ ਮੋਰਗੇਜ ਕਿੰਨੀ ਆ, ਇਹ 'ਚੋਂ ਇਹਨੂੰ ਡਾਊਨ ਪੇਮੈਂਟ ਕਿੰਨੀ ਨਿਕਲੂਗੀ। ਤੇ ਤੀਸਰਾ ਫਿਰ ਬੰਦੇ ਦੀ ਇਨਕਮ ਬੇਸਡ ਇਨਕਮ ਦੇਖ ਕੇ ਵੀ ਕੁਆਲੀਫਾਈ ਕਿੰਨੀ ਦੇ ਘਰ ਲਈ ਹੁੰਦਾ ਵਾ। ਕਿਉਂਕਿ ਜੇ ਆਪਾਂ ਪਹਿਲਾਂ ਹੀ ਘਰ ਜਾ ਕੇ, ਜੇ ਹੁਣ ਟਾਊਨ ਹਾਊਸ ਹੈਗਾ ਵਾ, ਘਰ ਦੇਖਣ ਲੱਗ ਜਾਈਏ, ਜੇ ਤੁਹਾਨੂੰ ਇਹ ਨਹੀਂ ਪਤਾ ਤੁਹਾਡੇ ਕ੍ਰੈਡਿਟ ਕਾਰਡ ਦੀ ਲਿਮਿਟ ਕਿੰਨੀ ਹੈ ਤੇ ਤੁਸੀਂ ਬਾਏ ਕਿੰਨਾ ਕਰਨ ਜਾ ਰਹੇ ਹੋ ਉੱਥੇ,
ਤੇ ਜੇ ਤੁਹਾਨੂੰ ਪਤਾ ਵੀ ਕੁਆਲੀਫਾਈ ਕਰ ਵੀ ਤੁਸੀਂ 5 ਲੱਖ ਦਾ ਟਾਊਨ ਹਾਊਸ ਵੇਚ ਰਹੇ ਹੋ ਤੇ ਉਧਰ ਅਸੀਂ ਮਿਲੀਅਨ ਦਾ ਘਰ ਲੈ ਸਕਦੇ ਹਾਂ ਵੀ ਇੰਨੇ ਲਈ ਕੁਆਲੀਫਾਈ ਹੋ ਰਹੇ ਆ। ਸੋ ਕੁਆਲੀਫਿਕੇਸ਼ਨ ਮੈਂ ਸਾਰੇ ਵੀ ਜਿਹੜੇ ਵੀ ਕਲਾਇੰਟਸ ਹੈ ਉਹਨਾਂ ਨੂੰ ਇਹ ਕਹੂੰਗਾ ਵੀ ਪਹਿਲਾਂ ਤੁਸੀਂ ਪ੍ਰੀ ਅਪਰੂਵ ਇੱਕ ਤਰ੍ਹਾਂ ਨਾਲ ਕੁਆਲੀਫਾਈ ਕਰਾ ਕੇ ਫਿਰ ਘਰ ਦੇਖਣ ਜਾਓ ਵੀ ਤੁਹਾਡੀ ਜੇਬ ਕਿੰਨਾ ਅਲਾਉ ਕਰਦੀ ਆ ਕਿੰਨਾ ਨਹੀਂ ਕਰਦੀ ਜੀ। ਤੇ ਦੂਜੀ ਗੱਲ ਇਹ ਹੈ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਤੁਸੀਂ ਲੋਅਰ ਮੇਨਲੈਂਡ ਦੇ ਵਿੱਚ ਹੀ ਆਪਣੀਆਂ ਸਰਵਿਸਿਜ਼ ਦਿੰਦੇ ਆ ਜਾਂ ਇਸ ਤੋਂ ਆਊਟ ਆਫ ਏਰੀਆ ਦੇ ਵਿੱਚ ਵੀ ਕੋਈ ਸਰਵਿਸਿਜ਼ ਲੈਣੀ ਚਾਹੁੰਦਾ ਤੇ ਤੁਸੀਂ ਬਾਹਰ ਵੀ ਦਿੰਦੇ ਹੈਗੇ ਆ? ਨਹੀਂ, ਸਾਰੇ ਕਿਤੇ ਜੀ ਅਸੀਂ ਥਰੂ ਆਊਟ ਕੈਨੇਡਾ ਕਿਤੇ ਵੀ ਮੋਰਗੇਜ ਕਰ ਸਕਦੇ ਹਾਂ। ਈਵਨ ਕਿ ontario ਆ, BC ਚਾਹੇ ਅਲਬਰਟਾ, ਸਾਰੇ ਕਿਤੇ ਅਸੀਂ ਮੋਰਗੇਜ ਕਰ ਸਕਦੇ ਹਾਂ। ਬਾਕੀ ਜੇ ਸਾਡਾ ਆਫਿਸ ਐਬਟਸਫੋਰਡ 'ਚ ਆ ਪਰ ਅਸੀਂ ਸੇਵਾਵਾਂ ਸਾਰੇ ਕਿਤੇ ਜੇ ਸਰੀ ਵੈਂਕੂਵਰ ਵਗੈਰਾ ਸਾਰੇ ਕਿਤੇ ਦੇ ਸਕਦੇ। ਜੀ, ਤੇ ਜਦੋਂ ਅਸੀਂ ਕ੍ਰੈਡਿਟ ਦੀ ਗੱਲ ਕਰਦੇ ਹਾਂ, ਕ੍ਰੈਡਿਟ ਸਕੋਰ ਦੀ ਗੱਲ ਕਰਦੇ ਹਾਂ, ਸੋ ਉਹਨਾਂ ਨੂੰ ਅਸੀਂ ਮੇਨਟੇਨ ਕਿਵੇਂ ਰੱਖ ਸਕਦੇ ਹਾਂ? ਜੇ ਜਿਹਨੇ ਘਰ ਲੈਣਾ ਕੋਈ ਸੋਚ ਰਿਹਾ ਹੈਗਾ ਕਿ ਮੈਂ ਘਰ ਲੈਣਾ, ਕਿਹੜੀਆਂ ਗੱਲਾਂ ਦੀਆਂ ਕਿਹੜੀਆਂ ਹਦਾਇਤਾਂ ਤੁਸੀਂ ਦੇਣਾ ਚਾਹੋਗੇ? ਭੈਣ ਜੀ ਕ੍ਰੈਡਿਟ, ਯੈਸ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਜੀ। ਕ੍ਰੈਡਿਟ ਆਪਣੇ ਲੋਕ ਕੀ ਕਰਦੇ ਆ, ਸਾਨੂੰ ਬਹੁਤ ਤਰ੍ਹਾਂ ਦੇ ਇਦਾਂ ਦੇ ਕੁਐਸਚਨ ਆਉਂਦੇ ਨੇ ਜੀ ਵੀ ਵੀਰ ਜੀ ਬਾਰ-ਬਾਰ ਕ੍ਰੈਡਿਟ ਚੈੱਕ ਕਰਾਉਣ ਨਾਲ ਵੀ ਇਫੈਕਟ ਕਰਦਾ, ਕਿਉਂਕਿ ਕਈ ਵਾਰ ਬੰਦੇ ਇਸ ਗੱਲ ਤੋਂ ਵੀ ਘਬਰਾ ਜਾਂਦੇ, ਸਾਨੂੰ ਕਹਿੰਦੇ ਬਾਈ ਸਾਡਾ ਕ੍ਰੈਡਿਟ ਨਾ ਚੈੱਕ ਕਰਿਓ। ਬਹੁਤ ਵਾਰ ਇਹ ਚੀਜ਼ ਹੁੰਦੀ ਆ ਵੀ ਸਾਨੂੰ ਪਹਿਲਾਂ ਦੇਖ ਕੇ ਦੱਸੋ ਵੀ ਤੁਹਾਡੀ ਮੌਰਗੇਜ ਲਈ ਤੁਸੀਂ ਕੁਆਲੀਫਾਈ ਹੈਗੇ ਆ ਕਿ ਨਹੀਂ ਹੈਗੇ। ਕ੍ਰੈਡਿਟ ਭੈਣ ਜੀ ਇਦਾਂ ਹੁੰਦਾ, ਜਦੋਂ ਜਿਹੜਾ ਕ੍ਰੈਡਿਟ ਆ ਕੈਨੇਡਾ ਦੇ ਵਿੱਚ ਇਹ ਬਣਿਆ ਹੀ ਚੀਜ਼ਾਂ ਲੈਣ ਵਾਸਤੇ ਆ। ਮੰਨ ਲਓ ਤੁਸੀਂ ਫੋਨ ਲੈਣ ਜਾਂਦੇ ਹੋ ਤਾਂ ਵੀ ਤੁਹਾਡਾ ਕ੍ਰੈਡਿਟ ਚੈੱਕ ਹੋਣਾ, ਤੁਸੀਂ ਟੀਵੀ ਦਾ ਕਨੈਕਸ਼ਨ ਲੈਣਾ ਤਾਂ ਵੀ ਕ੍ਰੈਡਿਟ ਚੈੱਕ ਹੋਣਾ, ਕੋਈ ਵੀ ਚੀਜ਼ ਤੁਸੀਂ ਕੈਨੇਡਾ 'ਚ ਬੋਰੋ ਕਰਨੀ ਆ ਤੁਹਾਡਾ ਕ੍ਰੈਡਿਟ ਚੈੱਕ ਹੋਣਾ ਹੀ ਹੋਣਾ। ਕ੍ਰੈਡਿਟ ਨੂੰ ਮੇਨਟੇਨ ਕਿੱਦਾਂ ਕਰਨਾ ਜੀ? ਜਸਟ ਆਲਵੇਜ਼ ਅਪ ਟੂ ਡੇਟ ਔਨ ਦਾ ਪੇਮੈਂਟਸ, ਕਦੇ ਤੁਹਾਡੀਆਂ ਪੇਮੈਂਟਸ ਨਾ ਲੇਟ ਹੋਣ। ਐਂਡ ਜਿਵੇਂ ਹੁਣ ਆਪਾਂ ਨੂੰ ਇੱਕ ਤੁਹਾਨੂੰ ਮੈਂ ਗੱਲ ਐਡ ਕਰਨੀ ਚਾਹੁੰਦਾ, ਕਈ ਵਾਰ ਫੋਨ ਦੇ ਬਿੱਲ ਆਪਾਂ ਕੇਅਰ ਨਹੀਂ ਕਰਦੇ, ਫੋਨ ਲੈ ਲਿਆ ਕੰਪਨੀ ਤੋਂ, ਇੰਡੀਆ ਭੇਜਤਾ, ਰਿਸ਼ਤੇਦਾਰ ਨੂੰ ਪੇ ਨਹੀਂ ਕੀਤਾ ਵੀ ਇੰਸ਼ੋਰੈਂਸ ਹੈਗੀ ਆ, ਹਨਾ। ਸੋ ਇਹੋ ਜਿਹੀਆਂ ਚੀਜ਼ਾਂ ਕਈ ਲੋਕੀ ਕਰ ਜਾਂਦੇ ਨੇ, ਇਹ ਮਿਸਟੇਕ ਹੁੰਦੀ ਆ, ਅਨਨੋਇੰਗਲੀ ਵੀ ਕਰ ਜਾਂਦੇ ਨੇ ਕਈ ਲੋਕੀ। ਇਹ ਇਫੈਕਟ ਕਰਦੀ ਆ ਹਰ ਚੀਜ਼ ਤੁਹਾਡੇ ਕ੍ਰੈਡਿਟ ਨੂੰ ਇਫੈਕਟ ਕਰਦੀ ਆ ਜਿਹੜੀ ਤੁਸੀਂ ਬੋਰੋ ਕਰਦੇ ਹੋ ਕਿਤੋਂ ਵੀ। ਜਿਹੜਾ ਇੱਕ ਮੈਂ ਤੁਹਾਨੂੰ ਐਡ ਕੀਤੀ ਸੀ ਬਾਰ-ਬਾਰ ਕ੍ਰੈਡਿਟ ਚੈੱਕ ਕਰਾਉਣਾ, 1-2 ਵਾਰ ਕ੍ਰੈਡਿਟ ਚੈੱਕ ਕਰਾ ਲਓਗੇ ਤੁਹਾਡਾ ਕੋਈ ਕ੍ਰੈਡਿਟ ਨੂੰ ਇਫੈਕਟ ਨਹੀਂ ਕਰਦਾ। ਪਰ ਜੇ ਤੁਸੀਂ ਐਵਰੀ ਡੇ ਜਾਂ ਐਵਰੀ ਆਲਟਰਨੇਟ ਡੇ ਜਾ ਕੇ ਕਦੇ ਕਿਸੇ ਬੈਂਕ 'ਚ ਚਲ ਜਾਂਦੇ ਹੋ ਲਾਈਨ ਆਫ ਕ੍ਰੈਡਿਟ ਲੈਣ ਲਈ, ਕਦੇ ਕ੍ਰੈਡਿਟ ਕਾਰਡ ਅਪਲਾਈ ਕਰ ਲਿਆ, ਕਦੇ ਕੁਛ ਕਰ ਲਿਆ, ਦੈਟ ਅਫੈਕਟਸ ਯੂਰ ਕ੍ਰੈਡਿਟ। ਪਰ ਜੇ ਤੁਸੀਂ ਇੱਕ ਮੌਰਗੇਜ ਲੈਣੀ ਆ, ਬੈਂਕ ਚਲੇ ਗਏ ਜਾਂ ਤੁਸੀਂ ਕਿਸੇ ਬ੍ਰੋਕਰ ਕੋਲੇ ਚਲੇ ਗਏ, 2 ਵਾਰ ਚੈੱਕ ਹੋ ਗਿਆ, ਇਹ ਤੁਹਾਡੇ ਕ੍ਰੈਡਿਟ ਨੂੰ ਇੰਨਾ ਇਫੈਕਟ ਨਹੀਂ ਕਰਦਾ। ਕ੍ਰੈਡਿਟ ਬਣਿਆ ਹੀ ਚੀਜ਼ਾਂ ਲੈਣ ਵਾਸਤੇ ਹੈ ਜੀ। ਇੱਕ ਚੀਜ਼ ਮੈਂ ਐਡ ਕਰਨੀ ਚਾਹੂੰਗਾ ਇਹਦੇ 'ਚ, ਜਿਹੜਾ ਆਪਣਾ ਕ੍ਰੈਡਿਟ ਹੁੰਦਾ, ਜਿਵੇਂ ਮੰਨ ਲਓ ਇਹ ਆਪਣੇ ਕੋਲੇ ਕ੍ਰੈਡਿਟ ਲਾਈਨ ਆ 10,000 ਦੀ, ਕ੍ਰੈਡਿਟ ਕਾਰਡ ਆ 5,000 ਦਾ, ਆਪਾਂ ਇੱਕ ਜਦੋਂ ਕ੍ਰੈਡਿਟ ਚੱਕਦੇ ਆ ਪੂਰੀ ਲਿਮਿਟ ਨਾ ਚੱਕੋ ਕਦੇ ਵੀ। ਤੇ ਦੂਸਰਾ, ਜੇ ਉਹਦੀ ਪੇਮੈਂਟ ਕਰਨੀ ਹੈ ਮਿਨੀਮਮ ਪੇਮੈਂਟ ਨਾ ਕਰੋ। ਜੇ ਤੁਸੀਂ ਮੰਨ ਲਓ 5,000 ਦਾ ਕ੍ਰੈਡਿਟ ਕਾਰਡ ਦੀ 5,000 ਲਿਮਿਟ ਆ, ਬੈਲੈਂਸ ਵੀ ਉਨਾ ਹੀ ਤੁਸੀਂ 4,000 ਕੀਤਾ ਜਾਂ 5,000 ਕੀਤਾ, ਉਹ 'ਚੋਂ ਮਿਨੀਮਮ ਪੇਮੈਂਟ ਦੀ ਬਜਾਏ $2 ਜਾਂ $3,000 ਪੇ ਕਰੋ ਨਾਲ ਦੀ ਨਾਲ। ਉਹ ਚੀਜ਼ ਬਹੁਤ ਜ਼ਿਆਦਾ ਅਫੈਕਟ ਕਰਦੀ ਹੈ ਜਦੋਂ ਤੁਸੀਂ ਤੁਹਾਡੀ ਕ੍ਰੈਡਿਟ ਯੂਟਿਲਾਈਜੇਸ਼ਨ ਮੈਕਸਿਮਮ ਚਲੇ ਜਾਂਦੀ ਆ, ਉਹ ਕ੍ਰੈਡਿਟ ਡਾਊਨ ਬਹੁਤ ਆਉਂਦਾ ਉਹਦੇ ਨਾਲ। ਬੈਂਕਸ ਨੋਟ ਕਰਦੇ ਆ ਵੀ ਮੰਨ ਲਓ ਅਸੀਂ ਮੌਰਗੇਜ ਲੈਣ ਜਾਂਦੇ ਆ, ਚਾਹੇ ਬੰਦੇ ਦੀ ਇਨਕਮ ਵੀ ਕੁਆਲੀਫਾਈਡ ਆ, ਸਭ ਕੁਝ ਹੈਗਾ, ਪਰ ਜਿੱਦਾਂ ਸ਼ਵਿੰਦਰ ਜੀ ਨੇ ਮੈਂਸ਼ਨ ਕੀਤਾ ਵੀ ਕ੍ਰੈਡਿਟ ਯੂਟਿਲਾਈਜੇਸ਼ਨ, ਉਹ ਨੋਟ ਕਰਦੇ ਆ ਕਿ ਬੰਦਾ ਇਹ ਕਿੱਡਾ ਕੁ ਹੈਬਿਚੁਅਲ ਆ, ਕਿੰਨੀ ਕੁ ਕ੍ਰੈਡਿਟ ਦੀ ਯੂਟਿਲਾਈਜੇਸ਼ਨ ਕਰਦਾ, ਪੇਮੈਂਟਸ ਮੇਕ ਕਿਵੇਂ ਕਰਦਾ। ਸੋ ਜਿਵੇਂ ਸ਼ਵਿੰਦਰ ਨੇ ਮੈਂਸ਼ਨ ਕੀਤਾ 5,000 ਦੀ ਲਿਮਿਟ ਆ, ਆਲਵੇਜ਼ ਵੀ 4,000 ਤੋਂ ਉੱਤੇ ਨਾ ਜਾਓ, 75% ਤੋਂ ਵੱਧ ਆਪਦਾ ਕ੍ਰੈਡਿਟ ਯੂਜ਼ ਨਾ ਕਰੋ। ਮਿਨੀਮਮ ਪੇਮੈਂਟ ਤੋਂ ਆਲਵੇਜ਼ ਉੱਪਰ ਪੇਮੈਂਟ ਕਰੋ $100-200, ਤਾਂ ਕਿ ਤੁਹਾਡੀ ਲਿਮਿਟ ਨਾ ਓਵਰ ਹੋਵੇ। ਲੇਟ ਪੇਮੈਂਟਾਂ ਨਾਲੋਂ ਵੀ ਵੱਧ ਇਫੈਕਟ ਜਿਹੜਾ ਤੁਹਾਡੇ ਸਕੋਰ ਨੂੰ ਕਰਦਾ ਯੂਟਿਲਾਈਜੇਸ਼ਨ ਕਰਦੀ ਹੈ। ਤੇ ਜਦੋਂ ਤੁਸੀਂ ਟਰੱਕਿੰਗ ਲੋਨ ਦੀ ਗੱਲ ਕੀਤੀ ਆ ਵੀ ਟਰੱਕ ਲੋਨ ਦਾ ਵੀ ਤੁਸੀਂ ਕਰਦੇ ਹੋ, ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਜੀ। ਹਾਂਜੀ, ਟਰੱਕ ਲੋਨ ਜੀ ਅਸੀਂ ਜੇ ਕਿਸੇ ਬੰਦੇ, ਜਿਵੇਂ ਹੁਣ ਸਾਡੇ ਕੋਲ ਮੋਸਟਲੀ ਕਲਾਇੰਟ ਜਿਵੇਂ ਮੋਰਗੇਜ ਕਰਦੇ ਆ, ਮੋਰਗੇਜ ਨਾਲ ਮੋਸਟ ਆਫ ਦਾ ਕਲਾਇੰਟ ਲਾਈਕ ਅਬਾਊਟ 60% ਕਲਾਇੰਟ ਸਾਡੇ ਕੋਲ ਟਰੱਕ ਓਨਰ ਆਪਰੇਟਰ ਨੇ। ਸੋ ਅਸੀਂ ਟਰੱਕ ਲੋਨ ਦੀ ਸੇਵਾ ਵੀ ਦਿੰਦੇ ਆ। ਉਹ 'ਚ ਟਰੱਕ ਲੋਨ 'ਚ ਵੀ ਜੇ ਕਿਸੇ ਨੇ ਬ੍ਰੈਂਡ ਨਿਊ ਟਰੱਕ ਲੈਣਾ, ਯੂਜ਼ ਟਰੱਕ ਲੈਣਾ, ਜਾਂ ਕਿਸੇ ਨੇ ਟਰੱਕ ਰੀਫਾਈਨੈਂਸ ਵੀ ਕਰਵਾਉਣਾ, ਕਿਸੇ ਕੋਲ ਫ੍ਰੀ ਐਂਡ ਕਲੀਅਰ ਟਰੱਕ ਆ, ਤੇ ਉਹ ਅਸੀਂ ਉਹ ਰੀਫਾਈਨੈਂਸ ਕਰਵਾ ਕੇ ਵੀ ਦਿੰਦੇ ਆ। ਪਲੱਸ ਹੈਵੀ ਇਕਵਿਪਮੈਂਟ ਜਿਵੇਂ ਕੰਸਟਰਕਸ਼ਨ ਵਰਕਰਸ ਨੇ, ਕੰਸਟਰਕਸ਼ਨ ਦੀ ਮਸ਼ੀਨ, ਐਕਸਕੇਵੇਟਿੰਗ ਮਸ਼ੀਨ ਵਗੈਰਾ ਲੈਣੀਆਂ ਨੇ, ਅਸੀਂ ਉਹਨਾਂ ਦਾ ਵੀ ਲੋਨ ਕਰਵਾ ਕੇ ਦਿੰਦੇ ਹਾਂ ਜੀ। ਤੇ ਹੁਣ ਅਸੀਂ ਕੋਵਿਡ-19 ਨੂੰ ਲੈ ਕੇ ਸਾਰੇ ਲੋਕੀ ਇੱਕਦਮ ਘਰਾਂ ਦੇ ਵਿੱਚ ਬੈਠੇ, ਬਹੁਤ ਸਾਰਿਆਂ ਦੇ ਕੰਮਕਾਰ ਵੀ ਜਿਹੜੇ ਰੁਕ ਗਏ ਹੈਗੇ ਆ। ਸੋ ਹੁਣ ਕਈਆਂ ਨੂੰ ਇਹੋ ਜਿਹੇ ਇਸ਼ੂ ਆਉਣਗੇ ਵੀ, ਬੇਸ਼ੱਕ ਬੈਂਕ ਨੇ ਮੌਰਗੇਜ ਥੋੜਾ ਜਿਹਾ ਰਾਇਤ ਕਰ ਦਿੱਤੀ ਹੈਗੀ ਆ ਥੋੜੀ ਜੀ, ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਗਾਂਹ ਜਾ ਕੇ ਕੰਪਲਿਕੇਸ਼ਨਸ ਆਉਣਗੀਆਂ। ਸੋ ਤੁਹਾਡੇ ਜਿਹੜੇ ਕਲਾਇੰਟਸ ਆ ਤੁਹਾਨੂੰ ਇਹੋ ਜਿਹੇ ਸਵਾਲ ਕਰਦੇ ਆ,
ਹੁਣ ਫੋਨ ਕਰਦੇ ਆ ਤੁਹਾਡੇ ਨਾਲ, ਕੋਈ ਕੰਸਲਟੇਸ਼ਨ ਦੀਆਂ ਕਾਲਸ ਆਉਂਦੀਆਂ ਤੁਹਾਨੂੰ? ਹਾਂਜੀ ਭੈਣ ਜੀ, ਜਦੋਂ ਕੋਵਿਡ-19 ਕਰਕੇ ਮੌਰਗੇਜ ਦੀਆਂ ਪੇਮੈਂਟਸ ਡੈਫਰ ਕਰਨ ਦੀ ਗੱਲ ਚੱਲੀ ਸੀ, ਅਸੀਂ ਕਈ ਲਾਈਕ ਵੀ ਹੈਲਪ ਦਾ ਕਲਾਇੰਟਸ, ਉਹ ਸਾਨੂੰ ਕਾਲ ਕਰਦੇ ਵੀ ਡੈਫਰ ਕਰਨੀ ਹੈ ਪੇਮੈਂਟ। ਮੈਂ ਕਈਆਂ ਦੀ ਆਪ ਹੀ ਆਨਲਾਈਨ ਐਪਲੀਕੇਸ਼ਨ ਭਰਦਾ ਜੀ ਵੀ ਕਲਾਇੰਟ ਨੂੰ ਕੁਝ ਨਾ ਕਰਨਾ ਪਵੇ। ਸੋ ਆਈ ਹੈਲਪ ਦੈਮ ਕਿ ਹਾਂ ਜੀ ਤੁਸੀਂ ਲਿਆਓ, ਅਸੀਂ ਤੁਹਾਡੀ ਮੌਰਗੇਜ ਦੀ ਪੇਮੈਂਟ ਵੀ ਡੈਫਰ ਕਰਾ ਦਿੰਨੇ ਆ। ਉਹਦੇ 'ਚ ਸਿਰਫ ਕਲਾਇੰਟ ਨੂੰ ਇਹ ਐਕਸਪਲੇਨ ਜ਼ਰੂਰ ਕਰਦੇ ਆ ਵੀ ਮੌਰਗੇਜ ਦੀ ਪੇਮੈਂਟ ਤਾਂ ਡੈਫਰ ਹੋ ਜੂਗੀ, ਤੁਹਾਨੂੰ 6 ਮਹੀਨੇ ਪੇਮੈਂਟ ਦੇਣ ਦੀ ਲੋੜ ਨਹੀਂ ਹੈਗੀ, ਬਟ ਤੁਹਾਡਾ ਇੰਟਰਸਟ ਐਡ ਹੋ ਜਾਂਦਾ ਮੌਰਗੇਜ ਦੇ ਵਿੱਚ। ਵੀ ਕਈ ਕਹਿੰਦੇ ਨੇ ਵੀ ਬੈਂਕ ਨੇ ਮੌਰਗੇਜ ਦੀ ਪੇਮੈਂਟ ਤੁਹਾਡੇ ਤੋਂ ਲੈਣੀ ਨਹੀਂ ਹੈਗੀ, ਇਦਾਂ ਨਹੀਂ ਹੁੰਦਾ ਭੈਣ ਜੀ। ਇਹਦੇ 'ਚ ਇਹ ਹੁੰਦਾ ਉਹ ਡੈਫਰ ਕਰਦੇ ਆ। ਹੁਣ ਮੰਨ ਲਓ 3 ਲੱਖ ਦੀ ਮੌਰਗੇਜ ਆ, ਹਰ ਮਹੀਨੇ ਆਪਣੀ 2000 ਦੀ ਪੇਮੈਂਟ ਜਾਣੀ ਆ, $1000 ਪ੍ਰਿੰਸੀਪਲ 'ਚ ਉਤਰਨਾ, $1000 ਇੰਟਰਸਟ ਦਾ ਜਾਣਾ। ਸੋ ਹਰ ਮਹੀਨੇ $1000 ਤੁਸੀਂ ਪੇ ਆਫ ਕਰਤਾ, ਨੈਕਸਟ ਮੰਥ ਤੁਹਾਡੀ 299 ਦੀ ਬੈਲੈਂਸ ਰਹਿ ਗਿਆ, ਉਹ ਤੇ ਪੇਮੈਂਟ ਉਤੇ ਲੱਗਣਾ। ਹੁਣ ਤੁਸੀਂ ਉਤੇ ਤੁਹਾਡਾ ਇੰਟਰਸਟ ਲੱਗਣਾ, ਰਾਈਟ। ਹੁਣ ਤੁਸੀਂ ਪੇਮੈਂਟ ਡੈਫਰ ਕਰਾ ਲਈ। ਹੁਣ 3 ਲੱਖ ਦੀ ਮੌਰਗੇਜ ਆ, 2000 ਤੁਸੀਂ ਪੇਮੈਂਟ ਦੇਣੀ ਸੀ, ਦਿੱਤੀ ਨਹੀਂ। ਉਹਦੇ ਚੋਂ $1000 ਤੁਹਾਡਾ ਇੰਟਰਸਟ 'ਚ ਉਤਰਨਾ ਸੀ, ਉਹ ਨਹੀਂ ਉਤਰਿਆ। $1000 ਮੌਰਗੇਜ ਦੇ ਵਿੱਚ ਐਡ ਹੋ ਜਾਣਾ, 3,01,000 ਹੋ ਜਾਣਾ। ਨੈਕਸਟ ਮੰਥ ਜਿਹੜਾ ਇੰਟਰਸਟ ਲੱਗਣਾ ਉਹ 3,01,000 ਤੇ ਲੱਗਣਾ, ਨਾ ਕਿ 3 ਲੱਖ ਤੇ ਲੱਗਣਾ। ਇਹ ਚੀਜ਼ ਬਹੁਤ ਜ਼ਰੂਰੀ ਹੈ। ਇਹ ਲੋਕ ਕਈ ਵਾਰ ਆਪਣੇ ਕਲਾਇੰਟਾਂ ਨੂੰ ਇਹ ਚੀਜ਼ ਦੀ ਪਤਾ ਨਹੀਂ ਹੁੰਦਾ। ਡੈਫਰ ਉਹ ਕਰਾਓ ਜਿਨ੍ਹਾਂ ਦਾ ਮਤਲਬ ਕਿ ਬਿਲਕੁਲ ਵੀ ਕੰਮ ਰੁਕ ਗਿਆ ਜਾਂ ਪੇਮੈਂਟ ਨਹੀਂ ਦੇ ਹੋ ਰਹੀ। ਜੇ ਤੁਸੀਂ ਪੇਮੈਂਟ ਦੇ ਸਕਦੇ ਹੋ ਤਾਂ ਮੈਂ ਰਿਕਮੈਂਡ ਨਹੀਂ ਕਰੂੰਗਾ ਵੀ ਡੈਫਰ ਕਰਾਓ, ਤੁਸੀਂ ਪੇਮੈਂਟ ਦੇਈ ਚੱਲੋ। ਪਰ ਜੇ ਤੁਸੀਂ ਪੇਮੈਂਟ ਨਹੀਂ ਦੇ ਸਕਦੀ, ਬੈਂਕਸ ਨੇ ਆਪਸ਼ਨ ਦਿੱਤੀ ਹੈ ਯੈਸ, ਫਿਰ ਤੁਹਾਨੂੰ ਕਰਾਉਣੀ ਚਾਹੀਦੀ ਹੈ, ਕਿਉਂਕਿ ਇਦੋਂ ਚੰਗਾ ਕਿ ਆਪਣਾ ਕ੍ਰੈਡਿਟ ਖਰਾਬ ਹੋਵੇ, ਆਪਾਂ ਪੇਮੈਂਟ ਡੈਫਰ ਕਰ ਲਈਏ, ਰਾਈਟ। ਪਰ ਉਹਦੇ ਤੇ ਡੈਫੀਨਿਟਲੀ ਤੁਸੀਂ ਐਕਸਟਰਾ ਇੰਟਰਸਟ ਥੋੜਾ ਬਹੁਤ ਜ਼ਰੂਰ ਪੇ ਕਰੋਗੇ। ਬੈਂਕਾਂ ਨੇ ਫ੍ਰੀ ਆਪਸ਼ਨ ਨਹੀਂ ਦਿੱਤੀ ਜੀ। ਬਹੁਤ ਵਧੀਆ ਜਿਹੜਾ ਤੁਸੀਂ ਇਹਨੂੰ ਬੜਾ ਡੀਟੇਲ ਦੇ ਵਿੱਚ ਐਕਸਪਲੇਨ ਕਰ ਦਿੱਤਾ, ਕਿਉਂਕਿ ਕਾਫੀ ਲੋਕ ਇਹ ਸੋਚਦੇ ਆ ਕਿ ਬਸ ਹੁਣ 6 ਮਹੀਨੇ ਲਈ ਮੈਨੂੰ ਕੋਈ ਫਿਕਰ ਨਹੀਂ ਹੈ, ਪਰ ਉਹ ਇਹ ਨਹੀਂ ਸੋਚਦੇ ਕਿ ਇਹ ਵਰਕ ਕਿਵੇਂ ਕਰ ਰਹੀ ਹੈਗੀ, ਵਰਕ ਕਿੱਦਾਂ ਕਰਦੀ ਹੈ ਜੀ। ਔਰ ਤੁਸੀਂ ਅਸ਼ਵਿੰਦਰ ਜੀ ਕੀ ਮੈਸੇਜ ਦਵੋਗੇ ਲੋਕਾਂ ਨੂੰ, ਕਿਉਂਕਿ ਕੋਵਿਡ-19 ਵੀ ਆ ਤੇ ਲੋਕਾਂ ਦੇ ਸਵਾਲ ਵੀ ਬਹੁਤ ਸਾਰੇ ਆ ਹੁਣ, ਪਰ ਤੁਸੀਂ ਇਸ ਸਿਚੁਏਸ਼ਨ ਦੇ ਵਿੱਚ ਕਿਹੜਾ ਆਪਣੇ ਵੱਲੋਂ ਪੋਜ਼ਿਟਿਵ ਮੈਸੇਜ ਸਾਡੇ ਵਿਊਅਰਸ ਨੂੰ ਦੇਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਸਮਾਂ ਜਿਹੜਾ ਇਹ ਆ ਇਹ ਲੰਘ ਜਾਣਾ ਜੀ, ਸਬਰ ਰੱਖੋ ਥੋੜਾ ਜਿਹਾ ਕਿ ਜਿਹੜੇ ਪੇਮੈਂਟ ਨਹੀਂ ਕਰ ਸਕਦੇ ਉਹ ਡੈਫਰ ਕਰਾਓ, ਪਰ ਜਿਹੜੇ ਕਰ ਸਕਦੇ ਨੇ, ਜਿਵੇਂ ਵਿਕਰਮ ਨੇ ਮੈਂਸ਼ਨ ਕੀਤਾ ਵੀ ਇੰਟਰਸਟ ਦੇ ਉੱਪਰ ਇੰਟਰਸਟ ਪੈਣਾ ਵਾ ਉਹ ਡਬਲ, ਸੋ ਉਹ ਨਾ ਕਰਵਾਓ ਜੀ। ਔਰ ਵਿਕਰਮ ਜੀ ਤੁਸੀਂ ਕੀ ਕਹੋਗੇ ਜੀ, ਕਿਹੜਾ ਪੋਜ਼ਿਟਿਵ ਮੈਸੇਜ ਤੁਹਾਡੇ ਵੱਲੋਂ ਸਾਡੇ ਵਿਊਅਰਸ ਲਈ? ਮੈਂ ਸਿਰਫ ਸਾਰਿਆਂ ਨੂੰ ਇਹੀ ਮੈਸੇਜ ਦਊਂਗਾ ਜੀ, ਆਹ ਟਾਈਮ ਸਾਰਾ ਲੰਘ ਜਾਣਾ। ਜੇ ਚੰਗਾ ਨਹੀਂ ਰਿਹਾ ਤਾਂ ਮਾੜਾ ਟਾਈਮ ਵੀ ਕਿਸੇ ਲਈ ਨਹੀਂ ਰਹਿੰਦਾ। ਇਹ ਟਾਈਮ ਲੰਘ ਜਾਣਾ, ਆਪਾਂ ਨੂੰ ਪੇਸ਼ੈਂਸ ਬਣਾ ਕੇ ਰੱਖਣਾ ਚਾਹੀਦਾ। ਦੁਬਾਰਾ ਆਪਾਂ ਰੈਗੂਲਰ ਲਾਈਫ ਦੇ ਵਿੱਚ ਆਵਾਂਗੇ, ਦੁਬਾਰਾ ਜ਼ਿੰਦਗੀ ਉਵੇਂ ਹੀ ਚੱਲੂਗੀ। ਜ਼ਿੰਦਗੀ ਚੱਲਦੀ ਰਹਿਣੀ ਹੈ, ਜ਼ਿੰਦਗੀ ਦਾ ਨਾਮ ਚੱਲਣਾ ਹੈ। ਤੇ ਤੁਸੀਂ ਸਾਰੇ ਪੋਜ਼ਿਟਿਵ ਰਹੋ ਤੇ ਕੰਮਕਾਰ ਵੀ ਦੁਬਾਰਾ ਖੁੱਲਣਗੇ, ਸਾਰਾ ਕੁਝ ਦੁਬਾਰਾ ਚੱਲੂਗਾ। ਰੀਅਲ ਸਟੇਟ ਇੰਡਸਟਰੀ ਵੀ ਦੁਬਾਰਾ ਚੱਲੂਗੀ। ਤੁਸੀਂ ਘਬਰਾਓ ਨਾ, ਟੇਕ ਇਟ ਈਜ਼ੀ ਲਓ, ਸਟ੍ਰੈਸ ਨਾ ਲਓ। ਸਭ ਤੋਂ ਵੱਡਾ ਕਾਰਨ ਅੱਜ ਕੱਲ੍ਹ ਮੈਂ ਇਹ ਵੀ ਨਿਊਜ਼ ਵਗੈਰਾ ਆਪਾਂ ਸੁਣਦੇ ਹਾਂ ਵੀ ਸਟ੍ਰੈਸ ਬਹੁਤ ਹੋ ਰਹੀ ਹੈ ਲੋਕਾਂ ਨੂੰ। ਸੋ ਇਹ ਚੀਜ਼ ਤੋਂ ਬਚੋ। 2020 ਆਪਣੀ ਸਿਹਤ ਦਾ ਖਿਆਲ ਰੱਖੋ। ਕੋਈ ਗੱਲ ਨਹੀਂ, 2021 ਦੇ ਵਿੱਚ ਆਪਾਂ ਦੁਬਾਰਾ ਚੱਲ ਪਾਂਗੇ ਅੱਗੇ। ਥੈਂਕ ਯੂ ਵੈਰੀ ਮੱਚ, ਤੁਸੀਂ ਆਪਣਾ ਸਮਾਂ ਦਿੱਤਾ, ਬਹੁਤ ਹੀ ਵਧੀਆ ਸਾਡੇ ਨਾਲ ਇਨਫੋਰਮੇਸ਼ਨ ਤੁਸੀਂ ਸਾਂਝੀ ਕੀਤੀ। ਮੈਂ ਚਾਹੂੰਗੀ ਕਿ ਕਿਸੇ ਦਿਨ ਤੁਸੀਂ ਸਾਡੇ ਨਾਲ ਵੱਧ ਸਮਾਂ ਲੈ ਕੇ ਆਓ ਤਾਂ ਕਿ ਅਸੀਂ ਲੋਕਾਂ ਨੂੰ ਫੋਨ ਦੇ ਰਾਹੀਂ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਸਕੀਏ। ਸੋ ਉਮੀਦ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਫਿਰ ਇਕੱਠੇ ਬੈਠਾਂਗੇ ਤੇ ਗੱਲਾਂ ਬਾਤਾਂ ਹੋਰ ਡੂੰਘੀਆਂ ਕਰਾਂਗੇ। ਥੈਂਕ ਯੂ ਭੈਣ ਜੀ, ਥੈਂਕ ਯੂ ਵੈਰੀ ਮੱਚ ਐਂਡ ਸਤਿ ਸ਼੍ਰੀ ਅਕਾਲ ਸਾਰੇ ਵਿਊਅਰਸ ਨੂੰ, ਸਾਂਝਾ ਟੀਵੀ ਦੇ ਵਿਊਅਰਸ ਨੂੰ। ਐਂਡ ਥੈਂਕ ਯੂ ਭੈਣ ਜੀ, ਤੁਸੀਂ ਸਾਨੂੰ ਟਾਈਮ ਦਿੱਤਾ ਤੇ ਪੱਕਾ ਪ੍ਰੋਮਿਸ ਕਰਦੇ ਹਾਂ ਨੈਕਸਟ ਟਾਈਮ ਆਪਾਂ ਲਾਈਵ ਤੇ ਆ ਕੇ ਆਪਣੇ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਵਾਂਗੇ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਸ਼ਰਦਾ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਇਹ ਸਨ ਮੇਰੇ ਨਾਲ ਅਸ਼ਵਿੰਦਰ ਜੀ ਤੇ ਵਿਕਰਮ ਜੀ, ਜਿਨ੍ਹਾਂ ਨੇ ਬਹੁਤ ਹੀ ਵਧੀਆ ਇਨਫੋਰਮੇਸ਼ਨ ਦਿੱਤੀ ਤੇ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਨੂੰ। ਔਰ ਬਹੁਤ ਸਾਰੇ ਸਵਾਲ ਹੁੰਦੇ ਸਾਡੇ ਮਨ ਦੇ ਵਿੱਚ, ਘਰ ਹਰ ਕੋਈ ਲੈਣਾ ਚਾਹੁੰਦਾ ਹੈ, ਪਰ ਮੇਰੀ ਕੋਸ਼ਿਸ਼ ਰਹੂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਲਾਈਵ ਤੁਹਾਡੇ ਰੂਬਰੂ ਲੈ ਕੇ ਆਈਏ ਤਾਂ ਕਿ ਜਿਹੜੇ ਤੁਹਾਡੇ ਸਵਾਲ ਆ ਤੁਸੀਂ ਇਹਨਾਂ ਨੂੰ ਸਿੱਧੇ ਪੁੱਛ ਸਕੋ ਔਰ ਅਸੀਂ ਤੁਹਾਡੇ ਸਵਾਲਾਂ ਦੇ ਇਹਨਾਂ ਕੋਲੋਂ ਜਵਾਬ ਲੈ ਕੇ ਦੇ ਸਕੀਏ ਤੁਹਾਨੂੰ। ਸੋ ਖਾਸ ਮੁਲਾਕਾਤ ਵਿੱਚ ਅਗਲੀ ਵਾਰ ਫੇਰ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ ਮੈਂ ਤੁਹਾਡੇ ਰੂਬਰੂ ਹੋਵਾਂਗੀ। ਤੁਸੀਂ ਰੱਖਿਓ ਆਪਣਾ ਖਿਆਲ, ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।